ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੀਆਂ ਖਬਰਾਂ, ਅੱਜ ਦੀਆਂ ਕੁਝ ਗੱਲਾਂ ਬਾਤਾਂ, ਅੱਜ ਦੇ ਕੁਝ ਮੁੱਦੇ ਤੁਹਾਡੇ ਨਾਲ ਸਾਂਝੇ ਕਰਨ ਲਈ। ਸਭ ਤੋਂ ਪਹਿਲੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਗਰਮੀਆਂ ਦੇ ਵਿੱਚ ਵੀ ਮੌਸਮ ਗਰਮੀ ਵਾਲਾ ਨਹੀਂ ਬਣ ਰਿਹਾ, ਖਾਸ ਕਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੀ ਮਾਮਲਾ ਆ। ਕੁਝ ਥਾਵਾਂ ਦੇ ਉੱਤੇ ਕੁਝ ਡੌਗਸ ਦੀ ਬੜੀ ਰਹੱਸਮਈ ਮੌਤ ਹੋਈ ਆ ਤੇ ਜਿਹੜੇ ਇਹਨਾਂ ਡੌਗਸ ਦੇ ਓਨਰ ਨੇ ਉਹ ਕਾਫੀ ਨਿਰਾਸ਼ ਨੇ। ਇਹ ਵੀ ਕੀ ਗੱਲਬਾਤ ਆ। ਮਾਈਕਰੋਸਾਫਟ ਦਾ ਇੰਟਰਨੈਟ ਐਕਸਪਲੋਰਰ ਅੱਜ ਤੋਂ ਬੰਦ ਹੋ ਗਿਆ। ਜਿਹੜੇ ਕੰਪਿਊਟਰ ਵਰਤਦੇ ਰਹੇ ਆ ਉਹ ਇਸ ਇੰਟਰਨੈਟ ਐਕਸਪਲੋਰਰ ਬਾਰੇ ਵੀ ਜਾਣਦੇ ਆ। ਟੋਰਾਂਟੋ ਦੇ ਵਿੱਚ ਨਸਲਵਾਦ ਬਾਰੇ ਕੁਝ ਰਿਪੋਰਟਾਂ ਸਾਹਮਣੇ ਆਈਆਂ, ਉਹ ਸਾਂਝੀਆਂ ਕਰਨੀਆਂ। ਕੈਨੇਡਾ ਦੇ ਵਿੱਚ ਇੱਕ ਪ੍ਰੋਗਰਾਮ ਸ਼ੁਰੂ ਹੋਇਆ ਸੀ, ਵੈਕਸੀਨ ਇੰਜਰੀ ਸਪੋਰਟ ਪ੍ਰੋਗਰਾਮ, ਕਿ ਜਿਨ੍ਹਾਂ ਦਾ ਵੈਕਸੀਨ ਦੇ ਨਾਲ ਕੋਈ ਨੁਕਸਾਨ ਹੋਇਆ ਉਹਨਾਂ ਦਾ ਜਿਹੜੀ ਮਦਦ ਕੀਤੀ ਜਾਣੀ ਸੀ, ਉਹਦਾ ਕੀ ਅਪਡੇਟ ਆ ਤੁਹਾਡੇ ਨਾਲ ਉਹ ਸਾਂਝੀ ਕਰਾਂਗੇ। ਮੌਂਕੀ ਪੌਕਸ ਨੇ ਦੁਨੀਆ ਦੇ ਵਿੱਚ ਅਜੇ ਵੀ ਚਿੰਤਾ ਵਧਾਈ ਆ ਤੇ ਕੈਂਸਰ ਦਾ ਇਲਾਜ ਲੱਭਣ ਦੇ ਵਿੱਚ ਵਿਗਿਆਨੀ ਲਗਭਗ ਨੇੜੇ ਪਹੁੰਚ ਚੁੱਕੇ ਆ। ਤੇ ਪ੍ਰੋਗਰਾਮ ਦੇ ਆਖਰ ਦੇ ਵਿੱਚ ਆਪਾਂ ਗੱਲਬਾਤ ਕਰਨੀ ਆ ਰੀਅਲ estate ਮਾਰਕੀਟ ਬਾਰੇ। ਰਾਜ ਗਿੱਲ ਜੀ ਦੇ ਨਾਲ ਕੀ ਇਸ ਵੇਲੇ ਸਿਚੁਏਸ਼ਨ ਆ, ਕਿੰਨੇ ਕੁ ਘਰ ਵਿਕ ਰਹੇ ਆ ਤੇ ਕੀ ਇਸ ਵੇਲੇ ਹਾਲਤ ਆ, ਉਹਦੇ ਬਾਰੇ ਵਿਸਥਾਰ ਦੇ ਵਿੱਚ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਜੂਨ ਦੇ ਵੈਦਰ ਬਾਰੇ, ਅੱਜ ਦੇ ਮੌਸਮ ਬਾਰੇ। ਨਾਰਥ ਅਮਰੀਕਾ ਦੇ ਵਿੱਚ ਕਾਫੀ ਥਾਵਾਂ ਦੇ ਉੱਤੇ ਜਿੱਥੇ ਇੱਕ ਪਾਸੇ ਬਹੁਤ ਜ਼ਿਆਦਾ ਗਰਮੀ ਪੈ ਰਹੀ ਆ, ਦੂਜੇ ਪਾਸੇ ਬਹੁਤ ਜ਼ਿਆਦਾ ਮੀਂਹ ਪੈ ਰਿਹਾ। BC ਦੇ ਵਿੱਚ ਜਿਹੜੀਆਂ ਅਨਸੀਜ਼ਨੇਬਲ ਕੰਡੀਸ਼ਨਸ ਨੇ ਇਸ ਵੇਲੇ, ਜਿਹੜਾ ਆਮ ਤੌਰ ਦੇ ਉੱਤੇ ਹੁੰਦਾ ਨਹੀਂ। ਤੁਹਾਨੂੰ ਯਾਦ ਹੋਊਗਾ ਪਿਛਲੇ ਸਾਲ ਇਹਨਾਂ ਦਿਨਾਂ ਦੇ ਵਿੱਚ ਅੱਤ ਦੀ ਗਰਮੀ ਪਈ ਸੀ। ਉਹ ਗਰਮੀ ਪਈ ਸੀ ਜਦੋਂ ਸਟੋਰਾਂ ਦੇ ਉੱਤੋਂ ਪੱਖੇ ਵੀ ਮੁੱਕ ਗਏ ਸੀ, AC ਵੀ ਮੁੱਕ ਗਏ ਸੀ। ਲੋਕਾਂ ਨੇ ਪਹਿਲਾਂ ਹੀ ਤਿਆਰੀ ਕਰਕੇ ਰੱਖੀ ਸੀ ਇਸ ਵਾਰ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਪੈਣੀ ਆ। ਪਰ ਅਜੇ ਤੱਕ ਹਾਲਾਤ ਦੱਸ ਰਹੇ ਆ ਕਿ ਹਾਲਾਤ ਪਿਛਲੇ ਸਾਲ ਨਾਲੋਂ ਬਿਲਕੁਲ ਵੱਖਰੇ ਨੇ। ਲੋਕਲ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਗਈ ਆ ਓਕਨਾਗਨ ਦੇ ਵਿੱਚ, ਕਿਉਂਕਿ ਜਿਹੜੀ ਉੱਥੇ ਪਰ ਫੀਲਿੰਗ ਜਿਹੜੀ ਵਿੰਟਰ ਵਾਲੀ ਜ਼ਿਆਦਾ ਆ ਰਹੀ ਆ, ਸਮਰ ਵਾਲੀ ਘੱਟ ਆ ਰਹੀ ਹੈ। ਸਿਟੀ ਆਫ ਕਲੋਨਾ ਦੇ ਵਿੱਚ ਜਿਹੜਾ ਹੈਵੀ ਰੇਨਫਾਲ ਆ, ਉਹਦੇ ਆਲੇ ਦੁਆਲੇ ਹਿਲਸ ਦੇ ਮਾਊਂਟੇਨਸ ਦੇ ਵਿੱਚ ਜਿਸ ਤਰੀਕੇ ਨਾਲ ਜਿਹੜੀ ਪ੍ਰੈਸੀਪੀਟੇਸ਼ਨ ਹੋ ਰਹੀ ਆ ਤੇ ਜਿਸ ਤਰੀਕੇ ਦੇ ਨਾਲ ਉੱਥੇ ਇਸ ਕੰਮ ਦਾ ਵੱਧ ਰਿਹਾ ਆ, ਮੌਸਮ ਜਿਹੜਾ ਬਦਲ ਰਿਹਾ ਆ, ਉਹ ਆਪਣੇ ਆਪ ਦੇ ਵਿੱਚ ਬਹੁਤ ਹੈਰਾਨ ਕਰਨ ਵਾਲਾ ਆ। ਕਈ ਥਾਵਾਂ ਦੇ ਉੱਤੇ ਪਾਣੀ ਉੱਪਰ ਨੂੰ ਗਿਆ, ਹੜ੍ਹਾਂ ਦੀ ਵਾਰਨਿੰਗ ਆਈ ਆ। ਅੱਧਾ ਮੀਟਰ ਵਾਟਰਵੇ ਕੁਝ ਥਾਵਾਂ ਦੇ ਉੱਤੇ ਉੱਪਰ ਨੂੰ ਗਿਆ ਆ, ਕੰਢਿਆਂ ਦੇ ਵੱਲ ਨੂੰ ਆਇਆ ਆ, ਜਿਹਨੇ ਉੱਥੇ ਲੋਕਲ ਕ੍ਰੀਕਸ ਦੇ ਵਿੱਚ ਆਲੇ ਦੁਆਲੇ ਦੀਆਂ ਪ੍ਰੋਪਰਟੀ ਦੇ ਵਿੱਚ ਰੋਡ ਕਲੋਜ਼ਰਸ ਜਿਹੜੇ ਹੈਗੇ ਆ ਤੇ ਰੈਸਟ੍ਰਿਕਸ਼ਨਸ ਲਾਈਆਂ ਆ। ਸਿਟੀ ਦੇ ਵਿੱਚ ਇਹ ਵੀ ਪਤਾ ਲੱਗਿਆ ਕਿ ਬਹੁਤ ਸਾਰੇ ਬ੍ਰਿਜ ਉਹਨਾਂ ਨੂੰ ਮੋਨੀਟਰ ਕੀਤਾ ਜਾ ਰਿਹਾ ਵਾਟਰ ਲੈਵਲ ਦੇ ਮਾਮਲੇ ਦੇ ਵਿੱਚ। ਜੇ ਉੱਥੇ ਜਿਹੜੇ ਕੋਈ ਸੈਂਡ ਬੈਗਸ ਜਾਂ ਹੋਰ ਚੀਜ਼ਾਂ ਪ੍ਰੋਵਾਈਡ ਕਰਨ ਵਾਲੀਆਂ ਉਹ ਉੱਥੇ ਕੀਤੀਆਂ ਜਾ ਰਹੀਆਂ। ਸੈਂਟਰਲ ਓਕਨਾਗਨ ਐਮਰਜੈਂਸੀ ਆਪਰੇਸ਼ਨ ਸੈਂਟਰ ਇਨਕਰੇਜ ਕਰ ਰਿਹਾ ਕਿ ਜਿਹੜੇ ਲੋਕ ਵੀ ਲੋ ਲਾਇੰਗ ਏਰੀਆਜ਼ ਦੇ ਵਿੱਚ ਫਲੱਡ ਪ੍ਰੋਨ ਏਰੀਆ ਦੇ ਵਿੱਚ ਰਹਿ ਰਹੇ ਆ ਤੇ ਉਹਨਾਂ ਦੇ ਕੋਲ ਇੱਕ ਪਲੇਨ ਜਿਹੜਾ ਹੋਣਾ ਜ਼ਰੂਰ ਚਾਹੀਦਾ ਆ। ਉਹਨਾਂ ਨੂੰ ਘੱਟੋ ਘੱਟ ਇਹਦੇ ਬਾਰੇ ਪਤਾ ਹੋਣਾ ਚਾਹੀਦਾ, ਨਹੀਂ ਤਾਂ ਇਹ ਖਤਰਨਾਕ ਹੋ ਸਕਦਾ। ਮੌਸਮ ਕਿਉਂਕਿ ਬਹੁਤ ਜ਼ਿਆਦਾ ਬਦਲਿਆ ਹੈ। ਜੂਨ ਦੇ ਵਿੱਚ ਵੀ ਬ੍ਰਿਟਿਸ਼ ਕੋਲੰਬੀਆ ਦੇ ਕੁਝ ਇਲਾਕਿਆਂ ਦੇ ਵਿੱਚ ਸਨੋ ਪੈ ਰਹੀ ਹੈ। ਰੇਨ ਜਿਹੜੀ ਆ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਕੰਸਰਨ ਹੈਗਾ ਆ, ਪਰ ਸਾਊਥ ਈਸਟਰਨ BC ਦੇ ਵਿੱਚ ਜਿਹੜੇ ਕੁਝ ਕਮਿਊਨਿਟੀਜ਼ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਸਨੋ ਪੈ ਰਹੀ ਆ। ਕੂਟਨੀ ਪਾਸ ਜਿਹੜਾ ਹੈਗਾ ਆ, ਉੱਥੇ ਹਾਈਵੇ 3 ਦੇ ਉੱਤੇ ਵਿੰਟਰੀ ਵੈਦਰ ਪੂਰਾ ਉੱਥੇ ਬਣਿਆ ਆ। ਮੰਗਲਵਾਰ ਜਾਣੀ ਕਿ ਸਵੇਰੇ ਉੱਥੇ ਕਾਫੀ ਜ਼ਿਆਦਾ ਜਿਹੜੀ ਸਿਗਨੀਫਿਕੈਂਟ ਸਨੋਫਾਲ ਆ ਉਹ ਦੇਖੀ ਗਈ ਹੈ। ਵੈਨਕੂਵਰ ਆਈਲੈਂਡ, ਮਾਊਂਟ ਵਾਸ਼ਿੰਗਟਨ ਜਿਹੜਾ ਐਲਪਾਈਨ ਰਿਸੋਰਟ ਆ, ਉੱਥੇ ਇਸ ਵੀਕਐਂਡ ਦੇ ਉੱਤੇ ਫਾਦਰਸ ਡੇ ਦੇ ਉੱਤੇ ਉਹ ਫ੍ਰੀ ਸਕੀਇੰਗ ਤੇ ਬੋਰਡਿੰਗ ਓਪਨ ਕਰ ਰਹੇ ਆ ਡੈਡਸ ਦੇ ਲਈ। ਹੁਣ ਇਹ ਸਾਰੀਆਂ ਕੰਡੀਸ਼ਨ ਜੂਨ ਦੇ ਵਿੱਚ ਕੀ ਇਹਨਾਂ ਦਾ ਅਸਰ ਪੈਣਾ ਆ? ਇਹ ਚੰਗੀ ਗੱਲ ਆ ਗਰਮੀ ਨਾ ਪੈਣੀ, ਜਾਂ ਇਹ ਪਿਛਲੇ ਸਾਲ ਨਾਲੋਂ ਕੋਈ ਮਾੜੀ ਗੱਲ ਆ? ਤੇ ਇਹਦਾ ਕਿੰਨਾ ਕੁ ਐਡਵਰਸ ਇਫੈਕਟ ਜਿਹੜਾ ਇਸ ਪਾਸੇ ਪੈ ਸਕਦਾ ਆ? ਸੋ ਉਹ ਬਹੁਤ ਜ਼ਿਆਦਾ ਇਹਦੇ ਬਾਰੇ ਗੱਲਬਾਤ ਵੀ ਹੋ ਰਹੀ ਆ ਤੇ ਕਿਤੇ ਨਾ ਕਿਤੇ ਇਸ ਗੱਲ ਦੀ ਚਿੰਤਾ ਵੀ, ਲੋਕ ਚਿੰਤਾ ਦੇ ਵਿੱਚ ਵੀ ਨੇ ਕਿ ਜੇ ਇਸ ਵੇਲੇ ਇੰਨੀ ਜ਼ਿਆਦਾ ਗਰਮੀ ਨਹੀਂ ਪੈ ਰਹੀ ਤਾਂ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਉਨੀ ਜ਼ਿਆਦਾ ਪਊਗੀ ਜਿੰਨੀ ਜ਼ਿਆਦਾ ਲੇਟ ਪੈ ਰਹੀ ਆ? ਪੂਰੀ ਦੁਨੀਆ ਦੇ ਵਿੱਚ ਮੌਸਮ ਬਦਲ ਚੁੱਕੇ ਨੇ। ਸਾਲ ਦੇ ਜਿਨ੍ਹਾਂ ਮਹੀਨਿਆਂ ਦੇ ਵਿੱਚ ਗਰਮੀ ਪੈਣੀ ਆ ਉਸ ਵੇਲੇ ਠੰਡ ਪੈ ਰਹੀ ਆ। ਕੁਝ ਥਾਵਾਂ ਦੇ ਉੱਤੇ ਗਰਮੀ ਲੇਟ ਹੋ ਰਹੀ ਆ ਤੇ ਕੁਝ ਥਾਵਾਂ ਦੇ ਉੱਤੇ ਠੰਡ ਜ਼ਿਆਦਾ ਪੈ ਰਹੀ ਆ। ਸਾਡੇ ਨਾਲ ਲੱਗਦਾ ਮੁਲਕ ਅਮਰੀਕਾ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ ਕੁਦਰਤੀ ਆਫਤਾਂ ਨਾਲ ਘਿਰਿਆ ਆ। ਕਿਤੇ ਹੜ੍ਹ ਆਏ ਆ, ਕਿਤੇ ਕੈਲੀਫੋਰਨੀਆ ਦੇ ਵਿੱਚ ਸੋਕਾ ਪਿਆ ਆ, ਕਿਤੇ ਟੋਰਨੇਡੋਜ਼ ਨੇ। ਸਾਰੇ ਥਾਵਾਂ ਦੇ ਉੱਤੇ ਕੋਈ ਨਾ ਕੋਈ ਵਾਤਾਵਰਨ ਨਾਲ ਸੰਬੰਧਿਤ ਸੰਕਟ ਪਿਆ ਹੈ ਤੇ ਹਾਲਾਤ ਕੈਨੇਡਾ ਦੇ ਵਿੱਚ ਵੀ ਬਹੁਤੇ ਚੰਗੇ ਨਹੀਂ ਆ। ਵਾਤਾਵਰਨ ਦੀ ਤਬਦੀਲੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਮੁੱਖ ਮੁੱਦਾ ਇਲੈਕਸ਼ਨਸ ਦੇ ਵਿੱਚ ਵੀ ਬਣਿਆ ਕਰੂਗੀ, ਇਹ ਗੱਲ ਹੈਗੀ ਆ। ਔਰ ਜਿਹੜੇ ਲਿਟਨ ਪਿੰਡ ਜਿਹੜਾ ਟਾਊਨ ਸੀਗਾ ਪੂਰੇ ਦਾ ਪੂਰਾ ਸੜ ਗਿਆ ਸੀ, ਉਹਦੇ ਵਿੱਚ ਸਾਲ ਤੋਂ ਜ਼ਿਆਦਾ ਸਮੇਂ ਤੋਂ ਬਾਅਦ ਵੀ ਜਿਹੜੀ ਫੈਡਰਲ ਸਰਕਾਰ ਆ ਉਹਨੇ ਫੰਡਿੰਗ ਦੀ ਗੱਲਬਾਤ ਕੀਤੀ ਹੈ ਕਿ ਅਸੀਂ ਇਹਨੂੰ ਠੀਕ ਠਾਕ ਕਰਨ ਦੇ ਲਈ ਫੰਡਿੰਗ ਦੇਵਾਂਗੇ। ਤੇ ਅੱਜ ਜਦੋਂ ਅਸੀਂ ਗੱਲਬਾਤ ਅੱਜ ਦੇ ਦਿਨ ਦੇ ਉੱਤੇ 15 ਜੂਨ ਨੂੰ ਤੁਹਾਡੇ ਨਾਲ ਕਰ ਰਹੇ ਹਾਂ ਤਾਂ ਉਸ ਵੇਲੇ ਹਾਲਾਤ ਪਿਛਲੇ ਸਾਲ ਜੂਨ ਦੇ ਮਹੀਨੇ ਨਾਲੋਂ ਬਿਲਕੁਲ ਵੱਖਰੇ ਨੇ।
ਉਹ ਮਹੀਨਾ ਜਦੋਂ ਇੰਨੀ ਜ਼ਿਆਦਾ ਗਰਮੀ ਪਈ ਸੀ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪਹਿਲਾਂ ਇੰਨੀ ਜ਼ਿਆਦਾ ਗਰਮੀ ਕਦੇ ਵੀ ਦੇਖੀ ਨਹੀਂ ਸੀ। ਲੋਕ ਇਸ ਗੱਲ ਤੋਂ ਚਿੰਤਤ ਨੇ ਕਿ ਬਦਲਦਾ ਮੌਸਮ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਪਾਸੇ ਨੂੰ ਰੁੱਖ ਲੈ ਕੇ ਜਾਂਦਾ, ਖਾਸ ਕਰ ਉਹ ਲੋਕ ਜਿਹੜੇ ਉਹਨਾਂ ਇਲਾਕਿਆਂ ਦੇ ਵਿੱਚ ਰਹਿੰਦੇ ਆ ਜਿੱਥੇ ਹੜ੍ਹ ਆਉਣ ਦਾ ਜ਼ਿਆਦਾ ਖਤਰਾ ਹੈ, ਜਾਂ ਜਿਹੜੇ ਲੋਕ ਖੇਤੀਬਾੜੀ ਨਾਲ ਸੰਬੰਧਿਤ ਨੇ। ਇਸ ਮੌਸਮ ਦਾ ਸਿੱਧਾ ਸਿੱਧਾ ਖੇਤੀਬਾੜੀ ਦੇ ਉੱਤੇ ਅਸਰ ਪੈ ਰਿਹਾ। ਬਹੁਤ ਸਾਰੇ ਲੋਕ ਆਪਣੇ ਘਰ ਦੇ ਵਿੱਚ ਪੈਟ ਰੱਖਦੇ ਨੇ, ਡੌਗ ਰੱਖਦੇ ਨੇ, ਅਤੇ ਉਹਨਾਂ ਦੀ ਦੇਖਭਾਲ ਕਰਦੇ ਨੇ, ਅਤੇ ਪਰਿਵਾਰਕ ਮੈਂਬਰਾਂ ਵਾਂਗੂ ਉਹਨਾਂ ਦੇ ਘਰਾਂ ਦੇ ਵਿੱਚ ਉਹ ਰਹਿਣ ਲੱਗਦੇ ਨੇ, ਅਤੇ ਉਹਨਾਂ ਨਾਲ ਪਿਆਰ ਪਰਿਵਾਰਕ ਮੈਂਬਰਾਂ ਵਰਗਾ ਉਹਨਾਂ ਦਾ ਹੋ ਜਾਂਦਾ। ਪਰ ਪਿਛਲੇ ਦਿਨਾਂ ਦੇ ਵਿੱਚ ਕੁਝ ਘਟਨਾਵਾਂ ਸਾਹਮਣੇ ਆਈਆਂ। ਕਈ ਜਿਹੜੇ ਪੈਟ ਓਨਰਸ ਨੇ ਉਹਨਾਂ ਦਾ ਦਿਲ ਬਹੁਤ ਟੁੱਟਿਆ, ਅਤੇ ਉਹ ਬਹੁਤ ਇਸ ਕਰਕੇ ਸੋਗਮਈ ਅਵਸਥਾ ਦੇ ਵਿੱਚ ਨੇ ਕਿ ਫਰੇਜ਼ਰ ਵੈਲੀ ਦੀ ਇੱਕ ਰੈਸਕਿਊ ਦੇ ਉੱਤੋਂ ਉਹਨਾਂ ਨੇ ਡੌਗਸ ਲੈ ਕੇ ਆਂਦੇ ਆ, ਅਤੇ ਲਿਆਉਣ ਤੋਂ ਥੋੜ੍ਹਾ ਚਿਰ ਬਾਅਦ ਹੀ ਉਹਨਾਂ ਦੀ ਮੌਤ ਹੋ ਗਈ ਆ। ਕਾਰਨ ਪਤਾ ਨਹੀਂ ਲੱਗ ਰਿਹਾ ਕਿ ਕਿਉਂ ਹੋਈ ਹੈ, ਵੱਖਰੇ ਵੱਖਰੇ ਕਾਰਨ ਦੱਸੇ ਜਾ ਰਹੇ ਆ। ਉਹਨਾਂ ਨੂੰ ਡਾਕਟਰਸ ਕੋਲ ਲੈ ਕੇ ਗਏ ਆ, ਜਿਹੜੇ ਵੈਟਨੇਰੀਅਨ ਨੇ ਉਹਨਾਂ ਦੇ ਕੋਲ ਲੈ ਕੇ ਗਏ ਆ, ਉਹਨਾਂ ਦਾ ਇਲਾਜ ਕਰਵਾਇਆ, ਪਰ ਇਹ ਡੌਗ ਬਚ ਨਹੀਂ ਸਕੇ। ਉਹ ਦੱਸ ਰਹੇ ਆ ਲੋਕ ਇਸ ਸਦਮੇ ਦੇ ਵਿੱਚ ਨੇ। 17 ਸਾਲਾ ਇੱਕ ਨਿਊਜ਼ ਏਜੰਸੀ ਨੇ ਦੱਸਿਆ ਹੈ ਕਿ 17 ਸਾਲਾ ਇੱਕ ਲੜਕੀ ਉਹ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਰਹੀ ਹੈ ਕਿ 10 ਹਫ਼ਤੇ ਪਹਿਲਾਂ ਉਹਨੇ ਇੱਕ ਪੱਪੀ ਡੌਗ ਰੈਸਕਿਊ ਤੋਂ ਫਰੇਜ਼ਰ ਵੈਲੀ ਦੇ ਵਿੱਚ ਮਾਰਚ ਦੇ ਵਿੱਚ 10 ਹਫ਼ਤੇ ਓਲਡ ਜਿਹੜਾ ਸੀਗਾ 10 ਵੀਕ ਓਲਡ ਪੱਪੀ ਉਹਨੇ ਮਾਰਚ ਦੇ ਵਿੱਚ ਫਰੇਜ਼ਰ ਵੈਲੀ ਦੇ ਇੱਕ ਥਾਂ ਤੋਂ ਲੈ ਕੇ ਆਂਦਾ ਸੀ। ਐਸ਼ਰ ਉਹਦਾ ਨਾਂ ਰੱਖਿਆ ਸੀ। ਉਹਦੇ ਤੋਂ ਬਾਅਦ ਕਹਿੰਦੇ ਉਹ ਥੋੜ੍ਹੇ ਦਿਨਾਂ ਬਾਅਦ ਹੀ ਬਿਮਾਰ ਹੋ ਗਿਆ। ਜਦੋਂ ਉਹਨੂੰ ਅਡੋਪਟ ਕੀਤਾ ਸੀ ਉਹਦੇ ਤੋਂ ਕੁਛ ਦਿਨਾਂ ਬਾਅਦ ਹੀ ਜ਼ਿਆਦਾ ਕੰਡੀਸ਼ਨ ਵਰਸ ਹੋ ਗਈ। ਉਹਦੇ ਤੋਂ ਬਾਅਦ ਕਮਜ਼ੋਰ ਹੋ ਗਿਆ, ਅਤੇ ਫਿਰ ਡਾਇਗਨੋਜ਼ ਉਹਨੂੰ ਕੀਤਾ ਗਿਆ ਇੱਕ ਬਿਮਾਰੀ ਦੇ ਨਾਲ, ਕੈਨਾਈ ਡਿਸਟੈਂਪਰ ਕੋਈ ਇਸ ਤਰ੍ਹਾਂ ਦੀ ਬਿਮਾਰੀ ਦੱਸੀ ਜਾ ਰਹੀ ਹੈ, ਜਿਹੜੀ ਬਹੁਤ ਜ਼ਿਆਦਾ ਕੰਟੇਜੀਅਸ ਵਾਇਰਲ ਡਿਜ਼ੀਜ਼ ਦੱਸੀ ਜਾਂਦੀ ਹੈ ਕਿ ਵਾਇਰਸ ਨਾਲ ਫੈਲਣ ਵਾਲੀ ਇਹ ਬਿਮਾਰੀ। ਅਤੇ ਇਹਦੇ ਤੋਂ ਬਾਅਦ ਉਹਦੀ ਕਹਿੰਦੇ ਮੌਤ ਹੋ ਗਈ। ਅਤੇ ਇਹ ਦੂਜਾ ਅਚਨਚੇਤ ਇੱਦਾਂ ਦੀ ਕੋਈ ਘਟਨਾ ਵਾਪਰ ਜਾਂਦੀ ਹੈ, ਕੋਈ ਵੱਡੀ ਖਬਰ ਨਹੀਂ ਆ, ਪਰ ਇਸੇ ਤਰ੍ਹਾਂ ਦੀ ਗੱਲਬਾਤ ਦੂਜੇ ਡੌਗ ਓਨਰਸ ਦੇ ਨਾਲ ਵੀ ਵਰਤੀ ਹੈ। ਫਰਵਰੀ ਤੋਂ ਲੈ ਕੇ ਜਿਹੜੀ ਇਹ ਸਾਰਾ ਕੁਛ ਇਸ ਤਰੀਕੇ ਦੇ ਨਾਲ ਚੱਲਿਆ ਜਾ ਰਿਹਾ। ਚਿਲਾਵੈਕ ਦੇ ਵਿੱਚ ਇੱਕ ਜਿਹੜਾ ਇਹ ਸੈਂਟਰ ਆ, ਉੱਥੋਂ ਜਿਹੜੇ ਕਈ ਜਿਹੜੇ ਡੌਗਸ ਲੈ ਕੇ ਆਉਂਦੇ ਉਹਨਾਂ ਦੇ ਨਾਲ ਲਗਭਗ ਇਸ ਤਰ੍ਹਾਂ ਦੀ ਕਹਾਣੀ ਵਰਤੀ ਆ। ਨਾ ਇਸ ਡਿਜ਼ੀਜ਼ ਦਾ ਪਤਾ ਲੱਗ ਰਿਹਾ। ਇੱਕ ਹੋਰ ਵਿਅਕਤੀ ਨੇ ਆਪਣੀ ਕਹਾਣੀ ਸਾਂਝੇ ਕਰਦੇ ਹੋਏ ਇਹ ਗੱਲ ਦੱਸੀ ਹੈ ਕਿ ਉਹਨਾਂ ਨੇ ਘਰ ਦੇ ਵਿੱਚ ਜਦੋਂ ਨਵਾਂ ਡੌਗ ਲੈ ਕੇ ਆਉਂਦਾ ਤਾਂ ਉਹਨਾਂ ਦੇ ਘਰ ਦੇ ਵਿੱਚ ਇੱਕ ਐਨਰਜੀ ਸੀ, ਸਾਰਾ ਕੁਛ ਸੀਗਾ, ਪਰ ਥੋੜ੍ਹੇ ਚਿਰ ਬਾਅਦ ਹੀ ਉਹਨੇ ਖਾਣਾ ਪੀਣਾ ਛੱਡ ਦਿੱਤਾ। ਕਾਰਨ ਕੀ ਹੈ ਇਹ ਵੀ ਨਹੀਂ ਪਤਾ ਲੱਗਾ। ਬਹੁਤ ਸਾਰੇ ਲੋਕਾਂ ਨੇ ਹੁਣ ਜਿੱਥੋਂ ਡੌਗ ਲੈ ਕੇ ਆਉਂਦਾ, ਜਿੱਥੋਂ ਖਰੀਦਿਆ ਜਾਂ ਜਿੱਥੋਂ ਅਡੋਪਟ ਕੀਤਾ, ਉਹਨਾਂ ਨੂੰ ਸੂਹ ਕਰਨਾ ਸ਼ੁਰੂ ਕਰ ਦਿੱਤਾ ਕਿ ਇਹਦੇ ਲਈ ਤੁਸੀਂ ਜ਼ਿੰਮੇਵਾਰ ਆ, ਤੁਸੀਂ ਦੱਸਿਆ ਕਿਉਂ ਨਹੀਂ। ਕਿਉਂਕਿ ਜਦੋਂ ਇਹਦੇ ਉੱਤੇ ਹਜ਼ਾਰਾਂ ਡਾਲਰ ਲੱਗ ਰਹੇ ਨੇ, ਜਦੋਂ ਉਹਨੂੰ ਦਿਖਾਉਣ ਦੇ ਲਈ ਲੈ ਕੇ ਜਾਂਦੇ ਆ, ਟੈਸਟ ਹੋ ਰਹੇ ਨੇ, ਹਜ਼ਾਰ ਡਾਲਰ ਇਹਨਾਂ ਡੌਗਸ ਦੇ ਲੈਬ ਟੈਸਟ ਦੇ ਉੱਤੇ ਲੱਗ ਰਿਹਾ। ਔਰ ਉਹਦੇ ਤੋਂ ਬਾਅਦ ਜਦੋਂ ਉਹ ਫਿਰ ਵੀ ਉਹਦੇ ਤੋਂ ਬਾਅਦ ਉਹਨੇ ਖਾਣਾ ਸ਼ੁਰੂ ਨਹੀਂ ਕੀਤਾ, ਟੈਸਟਿੰਗ ਹੋਈ, ਐਂਟੀਬਾਇਓਟਿਕਸ ਦਿੱਤੇ ਗਏ, ਐਂਟੀਬਾਇਓਟਿਕਸ ਤੋਂ ਬਾਅਦ ਵੀ ਕੋਈ ਗੱਲ ਨਹੀਂ ਬਣੀ, ਤਾਂ ਉਹ ਬਚ ਨਹੀਂ ਸਕੇ। ਤਾਂ ਹੁਣ ਇਹਦੇ ਤੋਂ ਬਾਅਦ ਉਹਨਾਂ ਨੇ ਉਹਨੂੰ ਵੀ ਇੰਸ਼ੋਰੈਂਸ ਕੰਪਨੀ ਦੇ ਨਾਲ ਗੱਲਬਾਤ ਕੀਤੀ। ਇੰਸ਼ੋਰੈਂਸ ਕੰਪਨੀਆਂ ਇਹ ਕਹਿ ਰਹੀਆਂ ਕਿ ਇਹ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਆ, ਭਾਵ ਜਦੋਂ ਤੁਸੀਂ ਇੰਸ਼ੋਰੈਂਸ ਲਿਆ ਉਹ ਤੋਂ ਪਹਿਲਾਂ ਦੀ ਇਹ ਬਿਮਾਰੀ ਇਸ ਡੌਗ ਦੇ ਅੰਦਰ ਸੀਗੀ, ਜਿਸ ਕਰਕੇ ਜਿਹੜਾ ਇਹਦੀ ਮੌਤ ਦੇ ਲਈ ਜ਼ਿੰਮੇਵਾਰ ਆ। ਅਤੇ ਕੁਦਰਤੀ ਤੌਰ ਦੇ ਉੱਤੇ ਉਹਨਾਂ ਨੇ ਫਿਰ ਉਹਨਾਂ ਥਾਵਾਂ ਨੂੰ ਜਿੱਥੋਂ ਉਹ ਖਰੀਦ ਕੇ ਲਿਆਏ ਆ, ਜਿੱਥੋਂ ਉਹਨਾਂ ਨੇ ਅਡੋਪਟ ਕੀਤਾ, ਉਹਨਾਂ ਨੂੰ ਸੂਹ ਕਰਨਾ ਸ਼ੁਰੂ ਕਰ ਦਿੱਤਾ। 3 ਹਫ਼ਤਿਆਂ ਦੇ ਵਿੱਚ ਇੱਕ ਡੌਗ ਦੇ ਉੱਤੇ ਦੱਸਦੇ ਆ $7,000 ਖਰਚਾ ਆ ਗਿਆ। ਉਹਦੇ ਵੈਟ ਦੇ ਬਿੱਲ ਜਿਹੜੇ ਆ $7,000 ਬਣ ਗਿਆ, ਅਤੇ ਫਿਰ ਵੀ ਉਹਨਾਂ ਦੇ ਕੋਲੇ ਉਹ ਡੌਗ ਬਚ ਨਹੀਂ ਸਕਿਆ। ਬਹੁਤ ਸਾਰੇ ਫੇਸਬੁੱਕ ਗਰੁੱਪ ਦੇ ਉੱਤੇ ਲੋਕਾਂ ਨੇ ਆਪਣੇ ਐਕਸਪੀਰੀਅੰਸ ਸ਼ੇਅਰ ਕੀਤੇ ਆ। ਜਿਹੜੀ BCSPCA ਆ ਉਹ ਇਨਵੈਸਟੀਗੇਸ਼ਨ ਕਰ ਰਹੀ ਆ ਇਸ ਸਾਰੇ ਮਾਮਲੇ ਦੇ ਵਿੱਚ, ਅਤੇ ਕੁਛ ਨਿਊਜ਼ ਏਜੰਸੀ ਨੇ ਉਹਨਾਂ ਲੋਕਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਹ ਕੁਛ ਘਟਨਾਵਾਂ, ਇੱਕ ਨਹੀਂ ਕਈ ਘਟਨਾਵਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਵਾਪਰੀਆਂ ਹੈ ਕਿ ਲੋਕਾਂ ਨੇ $1,200 ਅਡੋਪਸ਼ਨ ਫੀਸ ਦਾ ਦਿੱਤਾ, $4,000 ਬਾਅਦ ਦੇ ਵਿੱਚ ਵੈਟਰਨਰੀਅਨ ਦੇ ਬਿੱਲ ਦਾ ਦਿੱਤਾ, ਅਤੇ ਇੰਸ਼ੋਰੈਂਸ ਵਾਲੇ ਸਾਫ਼ ਤੌਰ 'ਤੇ ਕਹਿ ਰਹੇ ਆ ਕਿ ਇਹ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਸੀ, ਇਹਦੇ ਲਈ ਅਸੀਂ ਇਹ ਕਲੇਮ ਕਲੀਅਰ ਨਹੀਂ ਕਰ ਸਕਦੇ। ਲੋਕਾਂ ਦਾ ਜਿੱਥੇ ਆਰਥਿਕ ਨੁਕਸਾਨ ਹੋਇਆ, ਉੱਥੇ ਮਾਨਸਿਕ ਤੌਰ ਦੇ ਉੱਤੇ ਲੋਕ ਬਹੁਤ ਪਰੇਸ਼ਾਨ ਨੇ, ਕਿਉਂਕਿ ਜਿਹੜੇ ਡੌਗ ਨੂੰ ਲੈ ਕੇ ਆਏ ਆ, ਜਿਹੜਾ ਘਰ ਦੇ ਮੈਂਬਰ ਵਾਂਗੂ ਉਹਦੇ ਨਾਲ ਉਹਨਾਂ ਦੀ ਅਟੈਚਮੈਂਟ ਹੋਈ ਆ, ਉਹਦਾ ਉੱਥੋਂ ਚਲਿਆ ਜਾਣਾ ਉਹਨਾਂ ਦੇ ਲਈ ਦੋਹਰਾ ਸੰਕਟ ਪੈਦਾ ਕਰ ਰਿਹਾ। ਜਿਹੜੇ ਲੋਕ ਕੰਪਿਊਟਰ ਦੀ ਵਰਤੋਂ ਕਰਦੇ ਆ, ਮਾਈਕਰੋਸਾਫਟ ਦੇ ਇੰਟਰਨੈਟ ਐਕਸਪਲੋਰਰ ਬਾਰੇ ਜਾਣਦੇ ਆ। ਇੱਕ ਦੀ ਸ਼ਕਲ ਦਾ ਇੰਟਰਨੈਟ ਐਕਸਪਲੋਰਰ ਬਹੁਤ ਲੰਬਾ ਸਮਾਂ ਜਿਹੜੀ ਵਿੰਡੋ ਦੇ ਵਿੱਚ ਇਹ ਸ਼ਾਇਰ ਹੈ। ਜਦੋਂ ਵੀ ਕੋਈ ਇੰਟਰਨੈਟ ਚਲਾਉਂਦਾ ਸੀ ਤਾਂ ਇੰਟਰਨੈਟ ਖੋਲ੍ਹਦਾ ਸੀ, ਪਹਿਲਾਂ ਇੰਟਰਨੈਟ ਐਕਸਪਲੋਰਰ ਨੂੰ ਖੋਲ੍ਹਿਆ ਜਾਂਦਾ ਸੀ, ਪਰ ਉਹਦੇ ਤੋਂ ਬਾਅਦ ਹੁਣ ਇਹ ਅਲਟੀਮੇਟਲੀ ਬੰਦ ਹੋ ਰਿਹਾ। ਇਹ ਬਹੁਤ ਡੋਮੀਨੈਂਟ ਬਰਾਊਜ਼ਰ ਕਿਸੇ ਵੇਲੇ ਵੈਬ ਜਿਹੜਾ ਸਰਫਰ ਸੀਗਾ, ਜਿਹੜੇ ਵੈਬ ਸਰਫਰ ਸੀਗੇ ਉਹਨਾਂ ਨੂੰ ਸਭ ਤੋਂ ਵੱਧ ਪਿਆਰਾ ਇੰਟਰਨੈਟ ਐਕਸਪਲੋਰਰ ਸੀਗਾ। 27 ਸਾਲ ਇਹ ਐਪਲੀਕੇਸ਼ਨ ਚੱਲੀ ਆ। ਉਹਦੇ ਤੋਂ ਬਾਅਦ ਜਿੱਦਾਂ ਬਾਕੀ ਚੀਜ਼ਾਂ ਬੰਦ ਹੋਈਆਂ, ਬਲੈਕਬੇਰੀ ਦੇ ਫੋਨ, ਡਾਇਲ ਅਪ ਮੋਡਮਸ, ਅਤੇ ਜਿਹੜੇ
ਪਾਮ ਪਾਇਲਟਸ ਆ, ਉਸੇ ਤਰ੍ਹਾਂ ਹੀ ਉਸ ਟੈਕ ਇੰਡਸਟਰੀ ਦੇ ਡਸਟਬਿਨ ਦੇ ਵਿੱਚ ਹੁਣ ਇੰਟਰਨੈਟ ਐਕਸਪਲੋਰਰ ਵੀ ਚਲੇਗਾ, ਜਿਹੜਾ ਮੁੜ ਕੇ ਕਦੇ ਵੀ ਨਹੀਂ ਸ਼ੁਰੂ ਹੋਣਾ। ਇੰਟਰਨੈਟ ਐਕਸਪਲੋਰਰ ਮਤਲਬ ਇਹ ਇੱਦਾਂ ਨਹੀਂ ਕੋਈ ਹੈਰਾਨੀਜਨਕ ਇੱਕਦਮ ਉਹਨਾਂ ਨੇ ਇਹ ਫੈਸਲਾ ਲਾ ਲਿਆ। 1 ਸਾਲ ਪਹਿਲਾਂ ਮਾਈਕਰੋਸਾਫਟ ਨੇ ਕਿਹਾ ਸੀ ਕਿ ਉਹ ਇਹਨੂੰ ਖਤਮ ਕਰ ਰਿਹਾ ਇੰਟਰਨੈਟ ਐਕਸਪਲੋਰਰ ਨੂੰ 15 ਜੂਨ 2022 ਨੂੰ, ਜਾਣੀ ਅੱਜ ਦੇ ਦਿਨ। ਕੰਪਿਊਟਰ ਦੀ ਦੁਨੀਆ ਦੇ ਵਿੱਚ ਬਹੁਤ ਕੁਛ ਜਿਹੜਾ ਆਊਟਡੇਟਡ ਹੋਇਆ, ਤੇ ਇਹ ਇੱਕ ਬੜਾ ਟਰਨਿੰਗ ਪੁਆਇੰਟ ਦੱਸਿਆ ਜਾ ਰਿਹਾ। ਹਾਲਾਂਕਿ ਇਹ ਤੋਂ ਬਾਅਦ ਬਹੁਤ ਸਾਰੇ ਜਿਹੜੇ ਵੈਬ ਬਰਾਊਜ਼ਰ ਆਏ ਆ, ਪਰ ਇੰਟਰਨੈਟ ਐਕਸਪਲੋਰਰ ਦੀ ਇੱਕ ਆਪਣੀ ਪਛਾਣ ਸੀਗੀ। ਐਜ ਬਰਾਊਜ਼ਰ ਹੁਣ ਮਾਈਕਰੋਸਾਫਟ ਨੇ ਸ਼ੁਰੂ ਕੀਤਾ ਹੈ, ਇਹ ਜਿਹੜਾ ਉਹਨਾਂ ਨੇ 2015 ਦੇ ਵਿੱਚ ਲਾਂਚ ਕਰ ਦਿੱਤਾ ਸੀ। ਹੁਣ ਉਹਦੀ ਵਰਤੋਂ ਵਧੀ ਆ, ਪਰ ਲੋਕ ਜਿਹੜਾ ਇਹ ਐਜ ਦੇ ਨਾਲ ਇੰਟਰਨੈਟ ਐਕਸਪਲੋਰਰ ਵੀ ਹੁੰਦਾ ਸੀ, ਤੇ ਲੋਕ ਬਹੁਤੇ ਐਜ ਵਰਤਦੇ ਨਹੀਂ ਸੀ, ਇੰਟਰਨੈਟ ਐਕਸਪਲੋਰਰ ਨੂੰ ਵਰਤੀ ਜਾਂਦੇ ਸੀ। ਪਰ ਹੁਣ ਅੱਜ 15 ਜੂਨ 2022 ਤੋਂ ਇਹਨੂੰ ਬਿਲਕੁਲ ਬੰਦ ਕਰ ਦਿੱਤਾ ਗਿਆ। ਕੰਪਨੀ ਕਹਿ ਰਹੀ ਹੈ ਕਿ ਹੁਣ ਇਹ ਸਮਾਂ ਆ ਗਿਆ ਕਿ ਸਾਨੂੰ ਅੱਗੇ ਵਧਣਾ ਚਾਹੀਦਾ। ਭਾਵੇਂ ਕਿ ਬਹੁਤ ਸਾਰੇ ਲੋਕਾਂ ਦਾ ਬਹੁਤ ਇਹ ਫੇਵਰਟ ਬਰਾਊਜ਼ਰ ਸੀਗਾ, ਕਈ ਦਹਾਕਿਆਂ ਤੱਕ ਰਿਹਾ, ਪਰ ਹੁਣ ਭਾਵੇਂ ਕਿ ਜਿਹੜਾ ਮਾਈਕਰੋਸਾਫਟ ਐਜ ਹੁਣ ਦੇ ਰਿਹਾ, ਉਹ ਕਹਿੰਦੇ ਫਾਸਟ ਬਹੁਤ ਆ। ਜਿਹੜੇ ਅੱਜ ਕੱਲ੍ਹ ਦੇ ਆਧੁਨਿਕ ਇੰਟਰਨੈਟ ਵਰਤਣ ਦੇ ਤਰੀਕੇ ਤੇ ਤੁਹਾਡੇ ਅਨੁਭਵ ਨੇ, ਉਹਨਾਂ ਨੂੰ ਬਹੁਤ ਜ਼ਿਆਦਾ ਵਧਾਉਂਦਾ ਆ। ਇਸੇ ਤਰ੍ਹਾਂ ਜਿਹੜੇ ਬਹੁਤ ਸਾਰੇ ਕੁਛ ਕੰਸਰਨ ਨੇ, ਉਹਨਾਂ ਨੂੰ ਵੀ ਸਿੱਧਾ ਸੰਬੋਧਿਤ ਕਰਦਾ ਆ। ਕੰਪੈਟੇਬਿਲਿਟੀ ਇਹਦੀ ਵੈਬਸਾਈਟ ਦੇ ਨਾਲ, ਐਪਲੀਕੇਸ਼ਨਸ ਦੇ ਨਾਲ ਜਿਹੜੀ ਦੱਸੀ ਜਾ ਰਹੀ ਹੈ। ਮਾਈਕਰੋਸਾਫਟ ਐਜ ਐਂਟਰਪ੍ਰਾਈਜ਼ਸ ਨੇ ਇਹਦੇ ਬਾਰੇ ਦੇ ਵਿੱਚ ਇੱਕ 2021 ਦੇ ਵਿੱਚ ਜਿਹੜਾ ਬਲੌਗ ਪੋਸਟ ਕੀਤਾ ਸੀ, ਉਹਦੇ ਵਿੱਚ ਇਹਦੇ ਬਾਰੇ ਦੱਸਿਆ ਸੀ। ਜਿਹੜੇ ਇਹ ਐਕਸਪਲੋਰਰ ਨੇ ਅੱਗੇ ਜਿਹੜਾ ਇਹ ਪਾਸ ਆਨ ਕੀਤਾ ਜਾਂਦਾ ਦੂਜੀਆਂ ਥਾਵਾਂ ਦੇ ਉੱਤੇ, ਹਾਲਾਂਕਿ ਇਹਦੇ ਬਹੁਤ ਸਾਰੇ ਕੰਪੀਟੀਟਰ ਵੀ ਸੀਗੇ, ਪਰ ਬਹੁਤ ਸਾਰੇ ਲੋਕ ਇਹਦੀ ਵਰਤੋਂ ਕਰਦੇ ਸੀਗੇ। 1995 ਦੇ ਵਿੱਚ ਜਿਹੜਾ ਪਹਿਲਾ ਵਰਜ਼ਨ ਇਹਦਾ ਸਾਹਮਣੇ ਆਇਆ ਸੀ ਇੰਟਰਨੈਟ ਐਕਸਪਲੋਰਰ ਦਾ, ਤੇ ਉਹਦੇ ਤੋਂ ਬਾਅਦ ਇਹ ਵੈਬ ਸਰਫਿੰਗ ਡੋਮੀਨੇਟਡ ਜਿਹੜਾ ਬਹੁਤ ਲੰਬਾ ਸਮਾਂ ਇਸ ਸਾਰੇ ਪਾਸੇ ਰਿਹਾ। ਤੇ ਇਹਦੇ ਤੋਂ ਬਾਅਦ ਫਿਰ ਮਾਈਕਰੋਸਾਫਟ ਨੇ ਜਿਹੜਾ ਇੰਟਰਨੈਟ ਐਕਸਪਲੋਰਰ ਆ, ਇਹਦੀ ਦੂਜੀ ਵਿੰਡੋ ਆਪਰੇਟਿੰਗ ਸਿਸਟਮ ਦੇ ਨਾਲ ਟਾਈ ਅਪ ਕਰ ਲਿਆ ਸੀ। ਤੇ ਇਸ ਗੱਲ ਦੀ ਫਿਰ ਆਲੋਚਨਾ ਵੀ ਹੋਈ ਸੀ ਕਿ ਇਹ ਕਿਉਂ ਜਿਹੜਾ ਵਿੰਡੋ ਐਕਸਪਲੋਰਰ ਹੈਗਾ ਆ, ਵਿੰਡੋ ਆਪਰੇਟਿੰਗ ਸਿਸਟਮ ਆ, ਉਹਦੇ ਉੱਤੇ ਇੰਟਰਨੈਟ ਐਕਸਪਲੋਰਰ ਨੂੰ ਇੱਕ ਫਾਇਦਾ ਮਿਲ ਰਿਹਾ ਵੀ ਉਹਦੇ ਨਾਲ ਜ਼ਿਆਦਾ ਇਹ ਜੁੜਿਆ ਜਾਂਦਾ। ਜਸਟਿਸ ਡਿਪਾਰਟਮੈਂਟ ਨੇ ਮਾਈਕਰੋਸਾਫਟ ਨੂੰ 1997 ਦੇ ਵਿੱਚ ਸੂ ਕੀਤਾ ਸੀ, ਇਹ ਕਹਿ ਕੇ ਕਿ ਇਹਨਾਂ ਨੇ ਜਿਹੜੀ ਪਹਿਲੀ ਕਨਸੈਂਟ ਸੀਗੀ ਇਹਨਾਂ ਦੀ, ਉਹਨੂੰ ਵਾਇਓਲੇਟ ਕੀਤਾ ਕਿ ਇਸ ਬਰਾਊਜ਼ਰ ਨੂੰ ਯੂਜ਼ ਕਰਨ ਦੇ ਲਈ, ਕਿਉਂਕਿ ਇਹ ਦੂਜੀ ਜਿਹੜੀਆਂ ਚੀਜ਼ਾਂ ਸੀ ਉਹਨਾਂ ਦੇ ਉੱਤੇ ਇਹਨੂੰ ਫਾਇਦਾ ਦਿੰਦਾ ਸੀ। ਉਹਦੇ ਤੋਂ ਬਾਅਦ ਇਹ ਸੈਟਲ ਕੀਤਾ ਗਿਆ ਸੀ 2002 ਦੇ ਵਿੱਚ, ਤੇ ਇਹ ਸਾਰਾ ਮਾਮਲਾ ਉਸ ਵੇਲੇ ਵੀ ਸਾਹਮਣੇ ਆਇਆ ਸੀ। ਕਿਹਾ ਇਹ ਜਾਂਦਾ ਸੀ ਕਿ ਜਿਹੜਾ ਇੰਟਰਨੈਟ ਐਕਸਪਲੋਰਰ ਆ, ਇਹ ਅਨਫੇਅਰ ਐਡਵਾਂਟੇਜ ਦੇ ਰਿਹਾ। ਇਹਦੇ ਬਰਾਬਰ ਦੇ ਜਿਹੜੇ ਰਾਈਵਲ ਸੀਗੇ, ਜਿਵੇਂ ਮੋਜ਼ਿਲਾ ਫਾਇਰਫੌਕਸ ਸੀਗਾ, ਓਪਰਾ ਸੀਗਾ, ਜਾਂ ਗੂਗਲ ਦਾ ਕਰੋਮ ਸੀਗਾ, ਇਹ ਜਿਹੜੀਆਂ 4 ਚੀਜ਼ਾਂ ਸੀਗੀਆਂ ਕੁਦਰਤੀ ਤੌਰ 'ਤੇ, ਕਿਉਂਕਿ ਵਿੰਡੋ ਆਪਰੇਟਿੰਗ ਸਿਸਟਮ ਦੇ ਨਾਲ ਉਹਨਾਂ ਦਾ ਟਾਈ ਅਪ ਸੀਗਾ, ਇਸ ਕਰਕੇ ਇੰਟਰਨੈਟ ਐਕਸਪਲੋਰਰ ਉਹਨੂੰ ਸਿੱਧਾ ਐਡਵਾਂਟੇਜ ਦੇ ਰਿਹਾ ਸੀ। ਤੇ ਜਿਹੜਾ ਮੋਜ਼ਿਲਾ ਫਾਇਰਫੌਕਸ ਆ, ਓਪਰਾ ਆ, ਤੇ ਗੂਗਲ ਕਰੋਮ ਸੀ, ਇਹਨਾਂ ਦਾ ਸਿੱਧਾ ਇਤਰਾਜ਼ ਸੀ। ਬਾਅਦ ਦੇ ਵਿੱਚ ਇਹ ਮਾਮਲਾ ਸੈੱਟ ਕਰ ਦਿੱਤਾ ਗਿਆ ਸੀ। ਅੱਜ ਦੇ ਸਮੇਂ ਦੇ ਵਿੱਚ ਕਰੋਮ ਬਰਾਊਜ਼ਰ ਜਿਹੜਾ ਉਹਨੇ ਡੋਮੀਨੇਟ ਕੀਤਾ ਸਾਰਿਆਂ ਦੇ ਉੱਤੇ। 65% ਲੋਕ ਵਰਲਡ ਵਾਈਡ ਬਰਾਊਜ਼ਰ ਮਾਰਕੀਟ ਦੇ ਵਿੱਚ ਇਹਨੂੰ ਵਰਤਦੇ ਆ। ਉਹਦੇ ਤੋਂ ਬਾਅਦ ਐਪਲ ਦਾ ਸਫਾਰੀ ਆਉਂਦਾ ਦੂਜੇ ਨੰਬਰ ਦੇ ਉੱਤੇ, 19% ਉਹਨੂੰ ਵਰਤਦੇ ਆ, ਤੇ ਬਾਕੀ ਜਿਹੜੇ ਸਾਰੇ ਆ ਉਹ ਥੋੜ੍ਹੇ ਬਹੁਤੇ ਜਿਹੜਾ ਇੰਟਰਨੈਟ ਐਕਸਪਲੋਰਰ ਸੀ, ਐਜ ਸੀ, ਜਾਂ ਹੋਰ 4% ਦੇ ਵਿੱਚ ਫਾਇਰਫੌਕਸ, ਇਹ ਸਾਰੇ ਰਹਿ ਜਾਂਦੇ ਸੀ। ਕਿਸੇ ਵੇਲੇ ਦੁਨੀਆ ਦੇ ਇੰਟਰਨੈਟ ਦੀ ਦੁਨੀਆ ਦੇ ਉੱਤੇ ਰਾਜ ਕਰਨ ਵਾਲਾ ਇੰਟਰਨੈਟ ਐਕਸਪਲੋਰਰ ਅੱਜ 15 ਜੂਨ 2022 ਨੂੰ ਬੰਦ ਹੋ ਗਿਆ। ਟੋਰਾਂਟੋ ਦੇ ਵਿੱਚ ਇੱਕ ਰਿਪੋਰਟ ਸਾਹਮਣੇ ਆਈ ਹੈ, ਜਿਹਦੇ ਵਿੱਚ ਸਿੱਧਾ ਨਸਲਵਾਦ ਦਾ ਮਾਮਲਾ ਨਜ਼ਰ ਆਉਂਦਾ। ਨਸਲਵਾਦ ਕਿਸੇ ਵੇਲੇ ਪੂਰੀ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਵਧਿਆ ਸੀ। ਅੱਜ ਜਦੋਂ ਅਸੀਂ 2022 ਦੇ ਵਿੱਚ ਗੱਲਬਾਤ ਕਰ ਰਹੇ ਹਾਂ, ਤਾਂ ਇਹੋ ਜਿਹੀ ਗੱਲਾਂ ਬਾਤਾਂ ਦੇ ਲਈ ਕੋਈ ਥਾਂ ਨਹੀਂ ਹੈ, ਤੇ ਇਹਦਾ ਬਹੁਤ ਵੱਡੇ ਪੱਧਰ 'ਤੇ ਵਿਰੋਧ ਕੀਤਾ ਜਾਂਦਾ। ਜਿਹੜਾ ਕੋਈ ਵੀ ਕਿਸੇ ਕਿਸਮ ਦਾ, ਇਸ ਕਿਸਮ ਦਾ ਕਿਸੇ ਦੇ ਨਾਲ ਰੰਗ ਦੇ ਉੱਤੇ ਜਾਂ ਕਿਸੇ ਨਸਲ ਦੇ ਉੱਤੇ ਵਿਤਕਰਾ ਕਰਦਾ ਆ। ਮਾਮਲਾ ਇਹ ਹੈ ਕਿ ਟੋਰਾਂਟੋ ਦੀ ਇੰਟਰਮ ਪੁਲਿਸ ਚੀਫ ਜੇਮਸ ਰੈਮਰ ਨੇ ਅੱਜ ਮਾਫੀ ਮੰਗੀ ਆ ਇਸ ਗੱਲ ਦੇ ਉੱਤੇ ਕਿ ਜਿਹੜਾ ਰੇਸ ਬੇਸਡ ਡਾਟਾ ਸਾਹਮਣੇ ਆਇਆ ਟੋਰਾਂਟੋ ਪੁਲਿਸ ਦਾ, ਜਿਹਦੇ ਵਿੱਚ ਇਹ ਸਾਫ਼ ਤੌਰ ਦੇ ਉੱਤੇ ਕਿਹਾ ਗਿਆ ਕਿ ਜਿਹੜੇ ਸਿਆਹ ਮੂਲ ਦੇ ਬਲੈਕ ਭਾਈਚਾਰੇ ਦੇ ਲੋਕ ਨੇ, ਉਹ ਇਹਨਾਂ ਦੀ ਪੁਲਿਸ ਦੇ ਵਿੱਚ ਵੀ ਪ੍ਰੋਪਰਲੀ ਉਹਨਾਂ ਨੂੰ ਰਿਪਰੈਜ਼ੈਂਟ ਨਹੀਂ ਕੀਤਾ ਜਾਂਦਾ। ਭਾਵ ਜਿੰਨੀ ਉਹਨਾਂ ਦੀ ਪਾਪੂਲੇਸ਼ਨ ਆ, ਉਨੇ ਬੰਦੇ ਪੁਲਿਸ ਦੇ ਵਿੱਚ ਹੈ ਨਹੀਂ। ਉਹਨਾਂ ਦੇ ਕਿਉਂ ਹੈ ਨਹੀਂ, ਇਹ ਇੱਕ ਬਹੁਤ ਵੱਡਾ ਸਵਾਲ ਆ। ਤੇ ਦੂਜਾ ਇਹ ਕਿਹਾ ਜਾਂਦਾ ਕਿ ਜਿਹੜੀ ਪੁਲਿਸ ਆ ਉਸ ਪਾਪੂਲੇਸ਼ਨ ਦੇ ਉੱਤੇ ਜ਼ਿਆਦਾ ਆਪਣਾ ਮਤਲਬ ਉਹਨਾਂ 'ਤੇ ਸ਼ੱਕ ਕਰਦੀ ਆ ਜਾਂ ਉਹਨਾਂ ਵੱਲੋਂ ਸੇਧਤ ਹੁੰਦੀ ਆ। ਇਹ ਇੱਕ ਅੰਕੜੇ ਸਾਹਮਣੇ ਆਏ ਆ, ਤਾਂ ਉਹਨਾਂ ਅੰਕੜਿਆਂ ਨੂੰ ਅੱਗੇ ਰੱਖ ਕੇ ਟੋਰਾਂਟੋ ਪੁਲਿਸ ਨੇ ਇਸ ਗੱਲ ਦੇ ਉੱਤੋਂ ਮਾਫੀ ਮੰਗੀ ਹੈ। ਚੀਫ ਆਫ ਪੁਲਿਸ ਉਹਨਾਂ ਨੇ ਸਾਰੀਆਂ ਇਸ ਸਰਵਿਸਿਜ਼ ਦੇ ਬਿਹਾਫ ਦੇ ਉੱਤੇ ਕਿਹਾ ਕਿ ਅਸੀਂ ਇਹਦੇ ਲਈ ਮਾਫੀ ਮੰਗਦੇ ਹਾਂ। ਜੋ ਕੁਛ ਇਹ ਅੰਕੜੇ ਆਏ ਆ ਤੇ ਸਾਹਮਣੇ ਦੱਸ ਰਹੇ ਆ, ਡਾਟਾ ਜਿਹੜਾ
ਰਿਲੀਜ਼ ਹੋਇਆ ਉਹ ਬਹੁਤ ਲੋਕਾਂ ਦੇ ਲਈ ਦਰਦ ਭਰਿਆ ਆ ਕਿ ਰੇਸਿਜ਼ਮ ਦੀਆਂ ਜੜ੍ਹਾਂ ਸਾਡੇ ਇਸ ਪ੍ਰਬੰਧ ਦੇ ਵਿੱਚ ਕਿੰਨੀਆਂ ਡੂੰਘੀਆਂ ਨੇ। ਟੋਰਾਂਟੋ ਪੁਲਿਸ ਸਰਵਿਸਿਜ਼ ਦਾ ਰੇਸ ਬੇਸਡ ਡਾਟਾ ਕਲੈਕਸ਼ਨ ਦੇ ਵਿੱਚ ਗੱਲ ਸਾਹਮਣੇ ਆਈ ਆ ਕਿ ਜਿਹੜੀਆਂ ਰੇਸ਼ਲਾਈਜ਼ਡ ਕਮਿਊਨਿਟੀਜ਼ ਨੇ, ਜਿਨ੍ਹਾਂ ਦੇ ਵਿੱਚ ਈਸਟ ਸਾਊਥ ਈਸਟਰਨ ਏਸ਼ੀਅਨਸ ਵੀ ਆਉਂਦੇ ਆ, ਇੰਡੀਜੀਨੀਅਸ ਵੀ ਆਉਂਦੇ ਆ, ਮਿਡਲ ਈਸਟਰਨ ਲੋਕ ਵੀ ਆਉਂਦੇ ਆ, ਉਹ ਸਾਰੇ ਜਿਹੜੇ ਆ ਜਦੋਂ ਵੀ ਕਿਤੇ ਮਤਲਬ ਕੋਈ ਫੋਰਸ ਯੂਜ਼ ਕਰਨ ਦੀ ਗੱਲਬਾਤ ਆਉਂਦੀ ਆ ਤਾਂ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਜ਼ਿਆਦਾ ਹੁੰਦੀ ਆ। ਇਹ ਇੱਕ ਆਪਣੇ ਆਪ ਦੇ ਵਿੱਚ ਬਹੁਤ ਹੈਰਾਨੀ ਵਾਲੀ ਗੱਲ ਆ। ਉਹਨਾਂ ਨੇ ਕਿਹਾ ਕਿ ਜਿਹੜਾ ਇਹ ਡਾਟਾ ਇਕੱਠਾ ਕੀਤਾ ਗਿਆ 2020 ਦੇ ਵਿੱਚ, ਜਦੋਂ ontario ਸਰਕਾਰ ਉਸ ਵੇਲੇ ਜਿਹੜੀ ਇਸ ਕਿਸਮ ਦੀ ਗੱਲਬਾਤ ਉਸ ਵੇਲੇ ਕਰ ਰਹੀ ਸੀ ਕਿ ਜਦੋਂ ਪੁਲਿਸ ਫੋਰਸ ਦੀ ਵਰਤੋਂ ਕਿੰਨੀ ਵਾਰੀ ਕਿਹਨਾਂ ਲੋਕਾਂ ਦੇ ਖਿਲਾਫ ਕਰਦੀ ਆ, ਜਿਹੜੇ ਗੋਰੇ ਮੂਲ ਦੇ ਲੋਕ ਨੇ ਉਹਨਾਂ ਦੇ ਖਿਲਾਫ ਕਿੰਨੀ ਵਾਰੀ ਕੀਤੀ ਜਾਂਦੀ ਆ, ਸਾਊਥ ਏਸ਼ੀਅਨ ਦੇ ਖਿਲਾਫ ਕਿੰਨੀ ਵਾਰੀ ਕੀਤੀ ਜਾਂਦੀ ਆ, ਜਿਹੜੇ ਮਿਡਲ ਈਸਟਰਨ ਨੇ ਉਹਨਾਂ ਦੇ ਖਿਲਾਫ ਪੁਲਿਸ ਆਪਣੀ ਫੋਰਸ ਦੀ ਕਿੰਨੀ ਵਾਰੀ ਵਰਤੋਂ ਕਰਦੀ ਆ, ਤੇ ਜਿਹੜੇ ਇਹ ਸਿਆਹ ਮੂਲ ਦੇ ਲੋਕ ਨੇ ਇਹਨਾਂ ਦੇ ਖਿਲਾਫ ਕਿੰਨੀ ਵਾਰੀ ਕਰਦੀ ਆ ਜਾਂ ਇਹਨਾਂ ਦੇ ਲਈ ਕਿੰਨੀ ਵਾਰੀ ਕਰਦੀ ਆ। ਤਾਂ ਉਹਦੇ ਤੋਂ ਬਾਅਦ ਨਤੀਜੇ ਸਿੱਧੇ ਦੱਸ ਰਹੇ ਆ ਕਿ ਕਿਤੇ ਨਾ ਕਿਤੇ ਸਮੱਸਿਆ ਪਈ ਆ। ਇੰਨੇ ਲੋਕ ਇੱਕ ਭਾਈਚਾਰੇ ਦੇ ਉਸ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਵਿੱਚ ਇਨਵੋਲਵ ਨਹੀਂ ਹੋ ਸਕਦੇ। ਕਈ ਦਹਾਕੇ ਇਹਨਾਂ ਕਮਿਊਨਿਟੀਜ਼ ਦੇ ਨਾਲ, ਚਾਹੇ ਇੰਡੀਜੀਨਸ ਕਮਿਊਨਿਟੀ ਸੀ, ਇਹ ਸਾਰਾ ਕੁਝ ਹੁੰਦਾ ਰਿਹਾ ਆ। ਤੇ ਦੂਜੀ ਗੱਲ ਜਿਹੜੀ ਇਹਨਾਂ ਦਾ ਪ੍ਰਪੋਰਸ਼ਨ ਆ ਉਹ ਪੁਲਿਸ ਦੇ ਵਿੱਚ ਪੂਰਾ ਨਹੀਂ ਆ। ਜਿੰਨੀ ਗਿਣਤੀ ਇਹਨਾਂ ਦੀ ਹੋਣੀ ਚਾਹੀਦੀ ਆ ਉਨੀ ਗਿਣਤੀ ਉੱਥੇ ਨਹੀਂ ਆ। ਤੇ ਜਿਹੜੀ ਫਿਰ ਸਿੱਧੀ ਕਿਤੇ ਨਾ ਕਿਤੇ ਸਿਸਟੈਮਿਕ ਰੇਸਿਜ਼ਮ ਆ ਉਹਦੀ ਗੱਲਬਾਤ ਆ ਕਿ ਇੰਸਟੀਟਿਊਸ਼ਨਲ ਰੇਸਿਜ਼ਮ ਆ ਉਹ ਕਿਤੇ ਨਾ ਕਿਤੇ ਸਾਡੇ ਇਸ ਸਾਰੀਆਂ ਇਹਨਾਂ ਏਜੰਸੀਜ਼ ਦੇ ਵਿੱਚ ਪਿਆ ਆ, ਜਿਹਨੂੰ ਕੈਨੇਡਾ ਦੇ ਬਹੁਤ ਵੱਡੇ ਲੀਡਰ ਵੀ ਮੰਨ ਚੁੱਕੇ ਆ। ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਇਸ ਗੱਲ ਨੂੰ ਮੰਨ ਚੁੱਕੇ ਆ ਕਿ ਕਿਤੇ ਨਾ ਕਿਤੇ ਇਹ ਸਾਰਾ ਕੁਝ ਥੋੜ੍ਹਾ ਜਿਹਾ ਕਿਤੇ ਨਾ ਕਿਤੇ ਹੈਗਾ ਆ। ਤੇ ਜਿਹੜੇ ਮੰਨ ਲਓ ਸਿਆਹ ਮੂਲ ਦੇ ਲੋਕ ਨੇ, ਉਹ ਜਿਹੜੇ ਇਨਫੋਰਸਮੈਂਟ ਦੇ ਐਕਸ਼ਨਸ ਨੇ ਉਹਨਾਂ ਦੇ ਵਿੱਚ ਦੁੱਗਣੇ ਜ਼ਿਆਦਾ ਹੁੰਦੇ, 2.2 ਟਾਈਮਸ ਮੋਰ, ਦੁੱਗਣੇ ਤੋਂ ਵੀ ਜ਼ਿਆਦਾ ਗੁਣਾ ਉਹ ਇਸ ਮਾਮਲੇ ਦੇ ਵਿੱਚ ਇਨਵੋਲਵ ਹੁੰਦੇ ਨੇ, ਭਾਵ ਉਹਨਾਂ ਦੇ ਖਿਲਾਫ ਫੋਰਸ ਦੀ ਵਰਤੋਂ ਕੀਤੀ ਜਾਂਦੀ ਆ। ਤੇ ਜਿਹੜੀ ਉਹਦੇ ਵਿੱਚ ਜਿਹੜੀ 40% ਜਿਹੜੀ ਸਾਰੀ ਫੋਰਸ ਯੂਜ਼ ਹੁੰਦੀ ਆ ਉਹਦੇ ਵਿੱਚੋਂ 40% ਇਹਨਾਂ ਦੇ ਉੱਤੇ ਫੋਰਸ ਯੂਜ਼ ਕੀਤੀ ਜਾਂਦੀ ਹੈ, ਭਾਵ ਇਹਨਾਂ ਨੂੰ ਉਹਦੇ ਵਿੱਚ ਮੰਨਿਆ ਜਾਂਦਾ ਇਹਦੇ ਵਿੱਚ ਕਿਤੇ ਨਾ ਕਿਤੇ ਡਿਸਕ੍ਰਿਮੀਨੇਸ਼ਨ ਆ, ਕਿਤੇ ਨਾ ਕਿਤੇ ਰੇਸਿਜ਼ਮ ਆ, ਕਿਤੇ ਨਾ ਕਿਤੇ ਇੱਕ ਲੋਕਾਂ ਦੀ ਪਰਸੈਪਸ਼ਨ ਆ ਇਸ ਮਾਮਲੇ ਦੇ ਵਿੱਚ ਕਿ ਜਿਹੜੇ ਇਹਨਾਂ ਕਮਿਊਨਿਟੀਜ਼ ਦੇ ਲੋਕ ਹੁੰਦੇ ਆ ਜ਼ਿਆਦਾ ਕ੍ਰਾਈਮ ਦੇ ਵਿੱਚ ਇਨਵੋਲਵ ਹੁੰਦੇ ਆ ਜਾਂ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਮੰਨ ਲਿਆ ਜਾਂਦਾ। ਇਹ ਇੱਕ ਰਿਪੋਰਟ ਦੇ ਵਿੱਚ ਅੰਕੜੇ ਸਾਹਮਣੇ ਆਏ ਆ, ਪਰ ਇਹਦੇ ਵਿੱਚ ਬੜੱਪਣ ਇਹ ਆ ਕਿ ਟੋਰਾਂਟੋ ਪੁਲਿਸ ਇਸ ਮਾਮਲੇ ਦੇ ਵਿੱਚ ਮੰਨ ਰਹੀ ਆ ਕਿ ਕਿਤੇ ਨਾ ਕਿਤੇ ਗਲਤੀਆਂ ਹੋਈਆਂ ਆ ਤੇ ਸਾਨੂੰ ਉਹਨਾਂ ਵੱਲ ਧਿਆਨ ਦੇਣਾ ਚਾਹੀਦਾ। ਕੋਵਿਡ-19 ਦੀ ਜਦੋਂ ਵੈਕਸੀਨ ਆਈ ਸੀ ਉਹਦੇ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਕਈ ਸਾਰੀਆਂ ਥਿਊਰੀਜ਼ ਦਿੱਤੀਆਂ ਸੀ। ਇੱਕ ਥਿਊਰੀ ਇਹ ਦਿੱਤੀ ਗਈ ਸੀ ਕਿ ਇਹਦੇ ਨਾਲ ਬਹੁਤ ਸਾਰਾ ਨੁਕਸਾਨ ਹੁੰਦਾ, ਕਿਸੇ ਨੂੰ ਕਿਹਾ ਸੀ ਕੁਛ ਹੋ ਜਾਂਦਾ। ਅਮਰੀਕਾ ਦੇ ਵਿੱਚ, ਕੈਲੀਫੋਰਨੀਆ ਦੇ ਵਿੱਚ ਕੁਛ ਜਿੱਥੇ ਪਹਿਲਾਂ ਵੈਕਸੀਨ ਲੱਗਦੀ ਸੀ ਉਹਨਾਂ ਸਟੇਡੀਅਮ ਦੇ ਬਾਹਰ ਲੋਕਾਂ ਨੇ ਇਕੱਠੇ ਹੋ ਕੇ ਰੋਕਿਆ ਵੀ, ਭੀੜ ਨੇ ਰੋਕ ਦਿੱਤਾ, ਵੈਕਸੀਨ ਲਾਉਣ ਨਹੀਂ ਦਿੱਤੀ ਗਈ। ਸਾਰੇ ਕੈਨੇਡਾ ਦੇ ਵਿੱਚ ਵੈਕਸੀਨ ਦੇ ਵਿਰੋਧ ਵਿੱਚ ਪ੍ਰਦਰਸ਼ਨ ਹੁੰਦੇ ਰਹੇ। ਉਹਨਾਂ ਦਾ ਲੌਜਿਕ ਇਹ ਦਿੱਤਾ ਜਾਂਦਾ ਸੀ ਕਿ ਇਹ ਨੁਕਸਾਨ ਕਰਦੀ ਹੈ, ਸਾਡੇ ਸਰੀਰ ਦੇ ਵਿੱਚ ਕੁਛ ਨਾ ਕੁਛ ਹੋ ਜਾਂਦਾ, ਇਹਦੇ ਨਾਲ ਇਹ ਨਹੀਂ ਲਵਾਉਣੀ ਚਾਹੀਦੀ। ਉਹਦੇ ਤੋਂ ਬਾਅਦ ਇੱਕ ਵੈਕਸੀਨ ਇੰਜਰੀ ਸਪੋਰਟ ਪ੍ਰੋਗਰਾਮ ਸਾਹਮਣੇ ਆਇਆ ਸੀ ਜਿਹੜਾ ਕਿ ਪਹਿਲਾਂ ਨਹੀਂ ਸੀ ਹੁੰਦਾ। ਦਸੰਬਰ 2020 ਦੇ ਵਿੱਚ ਇੱਕ ਕੈਨੇਡਾ ਦੇ ਵਿੱਚ ਪ੍ਰੋਗਰਾਮ ਆਇਆ ਸੀ ਜਿਹਨੂੰ ਵੈਕਸੀਨ ਇੰਜਰੀ ਸਪੋਰਟ ਪ੍ਰੋਗਰਾਮ ਕਿਹਾ ਜਾਂਦਾ, ਕਿ ਭਾਵ ਜੇ ਵੈਕਸੀਨ ਲਵਾਉਣ ਤੋਂ ਬਾਅਦ ਕਿਸੇ ਨੂੰ ਕੋਈ ਮੈਡੀਕਲ ਕੰਡੀਸ਼ਨ ਹੋ ਜਾਂਦੀ ਹੈ, ਕੋਈ ਸਮੱਸਿਆ ਆ ਜਾਂਦੀ ਆ, ਉਹਦੇ ਸਰੀਰ ਦੇ ਵਿੱਚ ਕੁਛ ਇੱਦਾਂ ਦੀ ਗੱਲ ਵਾਪਰ ਜਾਂਦੀ ਹੈ ਤਾਂ ਉਹਨੂੰ ਸਪੋਰਟ ਦਿੱਤੀ ਜਾਵੇ। ਪਹਿਲਾਂ ਇਹ ਕੋਈ ਵੀ ਪ੍ਰੋਗਰਾਮ ਕੈਨੇਡਾ ਦੇ ਵਿੱਚ ਨਹੀਂ ਸੀਗਾ। ਹੁਣ ਉਹਦੇ ਨੰਬਰ ਸਾਹਮਣੇ ਆ ਰਹੇ ਆ। ਹਾਲਾਂਕਿ ਬਹੁਤ ਰੇਅਰ ਇਹ ਚੀਜ਼ ਆ, ਬਹੁਤ ਘੱਟ ਚਾਂਸਸ ਹੁੰਦੇ ਆ ਕਿ ਵੈਕਸੀਨ ਕਿਸੇ ਦੇ ਉੱਤੇ ਐਡਾ ਵੱਡਾ ਅਸਰ ਕਰ ਦੇਵੇ, ਪਰ ਫਿਰ ਵੀ ਇਹਦੇ ਲਈ ਵੈਕਸੀਨ ਇੰਜਰੀ ਸਪੋਰਟ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ। ਤੇ ਇਹਨੂੰ ਹੁਣ ਤੱਕ ਉਹਦਾ ਅੰਕੜੇ ਇਹ ਦੱਸਦੇ ਆ ਕਿ 8 ਕਲੇਮ ਅਪਰੂਵ ਕੀਤੇ ਗਏ ਆ, ਜਿਹੜੇ ਸੀਰੀਅਸਲੀ ਜਾਂ ਪਰਮਾਨੈਂਟਲੀ ਇੰਜਰੀ ਹੋ ਗਈ ਉਹਨਾਂ ਨੂੰ ਹੈਲਥ ਕੈਨੇਡਾ ਦੇ ਅਪਰੂਵਡ ਕੋਵਿਡ-19 ਵੈਕਸੀਨ ਦੇ ਨਾਲ 8 ਕਲੇਮ ਪੂਰੇ ਕੈਨੇਡਾ ਦੇ ਵਿੱਚ ਹੁਣ ਤੱਕ ਅਪਰੂਵ ਕੀਤੇ ਗਏ ਆ। ਭਾਵ ਇੱਦਾਂ ਕਹਿ ਲਓ ਹੁਣ ਤੱਕ ਦੇ ਅੰਕੜਿਆਂ ਅਨੁਸਾਰ 8 ਬੰਦੇ ਜਿਹੜੇ ਪਰਮਾਨੈਂਟ ਕਹਿ ਲਓ ਜਾਂ ਉਹ ਬੁਰੀ ਤਰ੍ਹਾਂ ਇੰਜਰ ਹੋਏ ਆ, ਇਹਦੇ ਨਾਲ ਉਹਨਾਂ ਦੇ ਸਰੀਰ ਦੇ ਵਿੱਚ ਇੱਦਾਂ ਦੀ ਕੰਡੀਸ਼ਨ ਬਣ ਗਈ ਆ ਕਿ ਉਹਨਾਂ ਨੂੰ ਅਪਰੂਵ ਕੀਤਾ ਗਿਆ ਇਸ ਗੱਲ ਦੇ ਲਈ ਕਿ ਹਾਂ ਅਸੀਂ ਇਹ ਮੰਨਦੇ ਹਾਂ ਕਿ ਤੁਹਾਨੂੰ ਇਸ ਵੈਕਸੀਨ ਦੇ ਨਾਲ ਨੁਕਸਾਨ ਹੋਇਆ ਤੇ ਇੰਨੀ ਕੰਪਨਸੇਸ਼ਨ ਤੁਹਾਨੂੰ ਇਹਦੇ ਵੱਲੋਂ ਅਸੀਂ ਦੇ ਰਹੇ ਹਾਂ। ਵੈਕਸੀਨ ਇੰਜਰੀ ਸਪੋਰਟ ਪ੍ਰੋਗਰਾਮ ਪਹਿਲੀ ਵਾਰ ਦਸੰਬਰ 2020 ਦੇ ਵਿੱਚ ਅਨਾਊਂਸ ਕੀਤਾ ਗਿਆ ਸੀ ਤੇ ਜੂਨ 2021 ਦੇ ਵਿੱਚ ਅਫੀਸ਼ੀਅਲੀ ਲਾਂਚ ਕੀਤਾ ਗਿਆ ਸੀ। ਜਿਹੜੇ ਬਹੁਤ ਸਾਰੇ ਸੀਰੀਅਸ ਰਿਐਕਸ਼ਨਸ ਵੈਕਸੀਨਸ ਦੇ ਨਾਲ, ਹਾਲਾਂਕਿ ਐਕਸਟ੍ਰੀਮਲੀ ਰੇਅਰ ਆ, ਅਪਰੋਕਸੀਮੇਟਲੀ 10,000 ਦੇ ਵਿੱਚੋਂ ਇੱਕ ਜਣੇ ਨੂੰ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਕਹਿੰਦੀ ਆ ਕਿ ਇੱਦਾਂ ਦਾ ਕੁਛ ਨਾ ਕੁਛ ਹੋ ਸਕਦਾ। ਜਿਹੜਾ
10,000 ਦੇ ਵਿੱਚੋਂ ਇੱਕ ਜਣੇ ਨੂੰ ਇਹ ਕੁਛ ਹੋ ਸਕਦਾ। ਜੂਨ 2022 ਦੇ ਵਿੱਚ ਪ੍ਰੋਗਰਾਮ ਦੇ ਕੋਲ ਟੋਟਲ 774 ਕਲੇਮ ਆਏ ਸੀ। ਜੂਨ 2022 ਦੇ ਵਿੱਚ ਇਹ ਕਿਹਾ ਗਿਆ ਸੀ ਕਿ 774 ਜਣਿਆਂ ਨੇ ਕਿਹਾ ਕਿ ਅਸੀਂ ਵੈਕਸੀਨ ਲਵਾਈ ਸੀ ਤੇ ਸਾਨੂੰ ਕੁਛ ਨਾ ਕੁਛ ਇਹਦੇ ਨਾਲ ਹੋ ਗਿਆ, ਜਿਹਦੇ ਵਿੱਚੋਂ 654 ਕਲੇਮ ਨੂੰ ਕੰਸੀਡਰ ਕੀਤਾ ਗਿਆ ਸੀ ਕਿ ਇਹਨੂੰ ਰਿਵਿਊ ਦੇ ਲਈ ਕੇਸ ਮੈਨੇਜਰ ਨੂੰ ਭੇਜਿਆ ਜਾਵੇ ਕਿ 654 ਲੱਗਦੇ ਆ ਕਿ ਇਹਨਾਂ ਦੇ ਵਿੱਚ ਕੁਛ ਨਾ ਕੁਛ ਹੋ ਸਕਦਾ। 71 ਕਲੇਮ ਜਿਹੜੇ ਆ ਉਹ ਠੀਕ ਨਹੀਂ ਪਾਏ ਗਏ ਸੀ ਤੇ ਉਹਨਾਂ ਦੇ ਵਿੱਚੋਂ 49 ਜਿਹੜੇ ਆ ਰਿਵਿਊ ਦੇ ਲਈ ਪੈਂਡਿੰਗ ਆ। ਹੁਣ 654 ਨੂੰ ਇਹਨਾਂ ਨੇ ਅਪਰੂਵ ਕਰ ਦਿੱਤਾ ਸੀ ਕਿ ਸਾਨੂੰ ਲੱਗਦਾ ਹੈ ਕਿ ਇਹਨਾਂ ਨੂੰ ਜਿਹੜੀ ਇਹ ਗੱਲ ਕਹਿ ਰਹੇ ਇਹ ਗੱਲ ਠੀਕ ਆ ਤੇ ਇਹਨਾਂ ਦੇ ਉੱਤੇ ਵਿਚਾਰ ਕੀਤਾ ਜਾਣਾ ਚਾਹੀਦਾ। ਹੁਣ ਉਹਦੇ ਤੋਂ ਬਾਅਦ 553 ਜਿਹੜੇ ਕਲੇਮ ਸੀਗੇ ਉਹ ਪ੍ਰੋਸੈਸ ਦੇ ਵਿੱਚ ਹੈਗੇ ਮੈਡੀਕਲ ਰੈਕਡ ਕਲੈਕਟ ਕਰਨ ਦੇ ਲਈ, ਜਿਹੜਾ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਕਹਿ ਰਹੀ ਹੈ ਕਿ ਸਭ ਤੋਂ ਵੱਡਾ ਲੌਂਗੈਸਟ ਸਟੈਪ ਆ ਇਹਦੇ ਲਈ ਕਿ ਜਿਹੜਾ ਵਿਅਕਤੀ ਇਹ ਕਲੇਮ ਕਰ ਰਿਹਾ ਕਿ ਮੈਨੂੰ ਇਹਦੇ ਨਾਲ ਕੋਈ ਨਾ ਕੋਈ ਸਮੱਸਿਆ ਆਈ ਆ, ਉਹਦਾ ਸਾਰਾ ਮੈਡੀਕਲ ਰੈਕਡ ਇਕੱਠਾ ਕੀਤਾ ਜਾਵੇ, ਉਹਨੂੰ ਇਕੱਠਾ ਕਰਕੇ ਫਿਰ ਦੇਖਿਆ ਜਾਵੇ ਕਿ ਇਹ ਕੀ ਵਾਕਿਆ ਹੀ, ਫਿਰ ਉਹਦੇ ਤੋਂ ਬਾਅਦ ਵੈਰੀਫਾਈ ਕੀਤਾ ਜਾਵੇ ਕਿ ਵਾਕਿਆ ਹੀ ਇਹ ਵੈਕਸੀਨ ਲਾਉਣ ਦੇ ਨਾਲ ਇਹਦੇ ਵਿੱਚ ਇਹ ਕੁਛ ਹੋਇਆ ਜਾਂ ਕੋਈ ਇਹਦਾ ਹੋਰ ਕਾਰਨ ਸੀਗਾ। ਹੁਣ ਇਹ ਜਦੋਂ ਉਹਦੇ ਤੋਂ ਬਾਅਦ ਕੀਤਾ ਜਾਂਦਾ ਫਿਰ ਹੈਲਥ ਕੇਅਰ ਪ੍ਰੋਵਾਈਡਰ ਆ ਜਿਹੜਾ ਉਸ ਇੰਡੀਵਿਜੂਅਲ ਦੇ ਨਾਲ ਕਨੈਕਟਡ ਹੁੰਦਾ ਆ, ਉਹ ਫਿਰ ਉਹਦਾ ਜਿਹੜਾ ਰੈਲੇਵੈਂਟ ਰਿਕਾਰਡ ਆ ਉਹ ਸਾਰਾ ਦਿੰਦਾ ਆ। ਉਹਦੇ ਤੋਂ ਬਾਅਦ ਜਿਹੜਾ ਫਿਜ਼ੀਸ਼ੀਅਨ ਆ ਜਾਂ ਹੋਰ ਸਾਰਾ ਕੁਛ ਆ ਉਹਨਾਂ ਕੋਲੋਂ ਪੁੱਛਿਆ ਜਾਂਦਾ। ਜਿਹੜਾ ਮੈਡੀਕਲ ਰਿਵਿਊ ਬੋਰਡ ਆ ਉਹਨਾਂ ਨੇ 26 ਕਲੇਮ ਐਕਸੈਸ ਕੀਤੇ ਆ, ਜਿਨ੍ਹਾਂ ਦੇ ਵਿੱਚੋਂ ਇਹਨੇ ਅਸੈਸ ਕਰਨ ਤੋਂ ਬਾਅਦ 8 ਜਿਹੜੇ ਆ ਉਹਨਾਂ ਨੇ ਹਜੇ ਤੱਕ ਉਹਨਾਂ ਦੇ ਰਿਵਿਊ ਕੰਪਲੀਟ ਕਰ ਦਿੱਤੇ ਆ ਤੇ ਮੰਨ ਲਿਆ ਕਿ ਇਹਦੇ ਨਾਲ ਇਹ ਸਾਰਾ ਕੁਝ ਹੋਇਆ। 23 ਕਲੇਮ ਹਜੇ ਅਸੈਸਮੈਂਟ ਦੇ ਲਈ ਪੈਂਡਿੰਗ ਦੱਸੇ ਜਾ ਰਹੇ ਆ। ਪਰਮਾਨੈਂਟ ਇੰਜਰੀ ਕਿਹਨੂੰ ਕਹਿੰਦੇ ਆ? ਜਿਹੜੀ ਲਾਈਫ ਥ੍ਰੈਟਨਿੰਗ ਹੋਵੇ ਜਾਂ ਲਾਈਫ ਆਲਟਰਿੰਗ ਹੋਵੇ, ਕਿ ਜਿਹੜਾ ਬੰਦਾ ਵੈਕਸੀਨ ਲਵਾਉਣ ਤੋਂ ਪਹਿਲਾਂ ਜਿੱਦਾਂ ਦਾ ਸੀਗਾ ਬਾਅਦ ਦੇ ਵਿੱਚ ਰਿਹਾ ਹੀ ਨਹੀਂ, ਉਹਦੀਆਂ ਲੱਤਾਂ ਚੱਲਣੀਆਂ ਬੰਦ ਹੋ ਗਈਆਂ, ਉਹਦਾ ਸਰੀਰ ਰੁਕ ਗਿਆ, ਉਹਨੂੰ ਅਧਰੰਗ ਹੋ ਗਿਆ, ਕੋਈ ਵੀ ਇੱਦਾਂ ਦੀ ਸਮੱਸਿਆ ਜਿਹੜੀ ਲਾਈਫ ਥ੍ਰੈਟਨਿੰਗ ਹੋਵੇ ਜਾਂ ਜਿਹੜੀ ਉਹਨੂੰ ਇਨ ਪਰਸਨ ਹਸਪੀਟਲ ਦੇ ਵਿੱਚ ਜਾਣਾ ਪਿਆ ਹੋਵੇ, ਲਗਾਤਾਰ ਉਹਨੂੰ ਹਸਪੀਟਲ ਦੇ ਵਿੱਚ ਜਾਣਾ ਪੈ ਰਿਹਾ। ਔਰ ਬਹੁਤ ਸਾਰੇ ਲੋਕਾਂ ਨੂੰ ਇਹ ਸਾਰੀਆਂ ਗੱਲਾਂ ਹੋਈਆਂ ਵੀ ਆ, ਅੰਕੜੇ ਇਹ ਸਾਰਾ ਕੁਝ ਦੱਸ ਵੀ ਰਹੇ ਆ। ਤੇ ਇਸ ਪ੍ਰੋਗਰਾਮ ਦੇ ਤਹਿਤ ਜਿਹੜੀ ਫਾਈਨੈਂਸ਼ੀਅਲ ਸਪੋਰਟ ਆ ਕਿੰਨੀ ਦਿੱਤੀ ਜਾਣੀ ਆ ਉਹ ਕੇਸ ਤੋਂ ਕੇਸ ਵੇਰੀ ਕਰਦੀ ਆ ਕਿ ਕਿੰਨੀ ਕੰਪਨਸੇਸ਼ਨ ਉਹਨੂੰ ਵਿਅਕਤੀ ਨੂੰ ਦਿੱਤੀ ਜਾਣੀ ਹੈ ਜਿਹਨੂੰ ਵੈਕਸੀਨ ਲਾਉਣ ਦੇ ਨਾਲ ਉਹਦੀ ਲਾਈਫ ਜਿਹੜੀ ਆ ਪੂਰੀ ਦੀ ਪੂਰੀ ਪਿੱਛੇ ਚਲੇਗੀ। ਫਿਰ ਉਸ ਤੋਂ ਬਾਅਦ ਜਿੰਨੀ ਪੇਮੈਂਟ ਉਹਦੀ ਬਣਦੀ ਆ ਉਸ ਹਿਸਾਬ ਦੇ ਨਾਲ ਉਹਨੂੰ ਉਹ ਪੇ ਕੀਤਾ ਜਾਂਦਾ। ਵੈਕਸੀਨ ਇੰਜਰੀ ਕਲੇਮ ਜਿਹੜੇ ਇਹਦੇ ਤੋਂ ਬਾਅਦ 30 ਜੂਨ 2023 ਤੋਂ ਬਾਅਦ ਇਹ ਜਿਹੜੇ ਆ ਹੋਰ ਤਰੀਕੇ ਨਾਲ ਹੋਣਗੇ। ਸੋ ਮਈ 12 2022 ਨੂੰ ਡਾਕੂਮੈਂਟ ਕੀਤਾ ਸੀ 45,149 ਕੇਸ ਐਡਵਰਸ ਈਵੈਂਟ ਜਿਹੜੇ ਕੋਵਿਡ-19 ਵੈਕਸੀਨ ਤੋਂ ਬਾਅਦ ਹੋਏ ਸੀ। ਹੁਣ ਜਦੋਂ ਅਸੀਂ ਟੋਟਲ ਲਾ ਕੇ ਦੇਖਦੇ ਹਾਂ ਕਿ ਜਿੰਨੇ ਲੋਕਾਂ ਨੂੰ ਵੈਕਸੀਨ ਲੱਗੀ ਹੈ ਉਹਨਾਂ ਦੇ ਵਿੱਚੋਂ ਕਿੰਨੇ ਬਣੇ ਇਹ 0.055% ਸਾਰੀਆਂ ਡੋਜ਼ਸ ਦਾ ਬਣਦਾ, ਮਤਲਬ ਅੱਧੇ ਪਰਸੈਂਟ ਤੋਂ ਵੀ ਘੱਟ 0.055% ਜਿੰਨੀਆਂ ਡੋਜ਼ਸ ਲੱਗੀਆਂ ਉਹਨਾਂ ਦੇ ਨਾਲ ਹੋਇਆ। ਹਾਲਾਂਕਿ 36,634 ਨੂੰ ਨਾਨ ਸੀਰੀਅਸ ਵੀ ਕੰਸੀਡਰ ਕੀਤਾ ਗਿਆ ਇਹਦੇ ਵਿੱਚ, ਤੇ ਜਿਹੜੇ ਬਾਕੀ ਹੈਗੇ ਆ ਉਹਨਾਂ ਦੇ ਵੱਖਰੇ ਵੱਖਰੇ ਤਰੀਕੇ ਨਾਲ ਉਹਨਾਂ ਨੂੰ ਦੇਖਿਆ ਗਿਆ। ਪਰ ਜਿਨ੍ਹਾਂ ਲੋਕਾਂ ਨੂੰ ਪਰਮਾਨੈਂਟ ਇੰਜਰੀ ਹੋਈ ਆ ਉਹਨਾਂ ਨੂੰ ਇਹਦਾ ਕੰਪਨਸੇਟ ਕੀਤਾ ਜਾ ਰਿਹਾ ਤੇ ਬਹੁਤ ਸਾਰੇ ਕੇਸ ਅਜੇ ਰਿਵਿਊ ਦੇ ਵਿੱਚ ਨੇ। ਮੰਕੀ ਪੌਕਸ ਇੱਕ ਬਿਮਾਰੀ ਜਿਹੜੀ ਪਿਛਲੇ ਸਮੇਂ ਦੇ ਵਿੱਚ ਬਹੁਤ ਚਰਚਾ ਦੇ ਵਿੱਚ ਆਈ ਸੀ। ਲੋਕ ਡਰ ਗਏ ਸੀ ਕਿ ਕਿਤੇ ਇਹ ਵੀ ਕੋਵਿਡ ਵਾਂਗੂ ਨਾ ਹੋਵੇ। ਫਿਰ ਉਹਦੇ ਤੋਂ ਬਾਅਦ ਗੱਲ ਜਿਹੜੀ ਆ ਠੱਪ ਹੋ ਗਈ, ਉਹਦੀ ਚਰਚਾ ਬੰਦ ਹੋ ਗਈ ਤੇ ਲੋਕਾਂ ਨੇ ਇਹ ਸਮਝ ਲਿਆ ਕਿ ਹੁਣ ਬਿਮਾਰੀ ਖਤਮ ਹੋ ਗਈ ਹੈ। ਸਰਕਾਰ ਨੇ ਵੀ ਕਿਹਾ ਸੀ, ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਵੀ ਕਿਹਾ ਸੀ ਕਿ ਕੋਈ ਇੰਨੀ ਗੰਭੀਰ ਸਮੱਸਿਆ ਨਹੀਂ ਹੈ, ਇੱਕ ਥਾਂ ਦੇ ਉੱਤੇ ਉੱਠੀ ਹੈ ਤੇ ਹੌਲੀ ਹੌਲੀ ਇਹ ਖਤਮ ਹੋ ਗਈ ਹੈ। ਪਰ ਅਜੇ ਵੀ ਵਿਸ਼ਵ ਸਿਹਤ ਸੰਗਠਨ ਇਸ ਮਾਮਲੇ ਦੇ ਵਿੱਚ ਇੱਕ ਮੀਟਿੰਗ ਕਰ ਰਿਹਾ ਹੈ ਜਿਹਦੇ ਵਿੱਚ ਇਹ ਦੇਖਿਆ ਜਾਣਾ ਵੀ ਇਹ ਜਨਤਕ ਸਿਹਤ ਦੇ ਲਈ ਐਮਰਜੈਂਸੀ ਹੈਗੀ ਹੈ ਜਾਂ ਨਹੀਂ ਹੈਗੀ। ਕੱਲ੍ਹ ਨੂੰ ਜਾਣੀ ਕਿ ਵੀਰਵਾਰ ਦੇ ਦਿਨ ਮੀਟਿੰਗ ਹੋਣੀ ਹੈ ਤੇ ਉਸ ਮੀਟਿੰਗ ਦੇ ਵਿੱਚ ਇਹ ਡਿਸਾਈਡ ਕੀਤਾ ਜਾਣਾ ਵੀ ਇਹ ਕੀ, ਇਹਦੇ ਨਾਲ ਕਿੰਨਾ ਕੁ ਨੁਕਸਾਨ ਦੁਨੀਆ ਨੂੰ ਹੋ ਸਕਦਾ ਤੇ ਕਿੰਨਾ ਇਹਦੇ ਲਈ ਬਚਾਅ ਕਰਨਾ ਜ਼ਰੂਰੀ ਆ। ਅਸਲ ਦੇ ਵਿੱਚ ਜਿਹੜਾ WHO ਇਹ ਚੇਤਾਵਨੀ ਜਾਰੀ ਕਰਦਾ ਆ ਕਿ ਇਹ ਕਿੰਨੀ ਕੁ ਚੀਜ਼ ਖਤਰਨਾਕ ਆ। ਜਿੱਦਾਂ ਕੋਵਿਡ-19 ਆ, ਪੋਲੀਓ ਆ, ਉਹਦੇ ਲਈ ਇਹਨਾਂ ਨੇ ਕੈਟਾਗਰੀਜ਼ ਬਣਾਈਆਂ ਹੁੰਦੀਆਂ ਕਿ ਇੰਨੀ ਕੁ ਖਤਰਨਾਕ ਚੀਜ਼ ਹੈ, ਇਹਦੀ ਆਹ ਵਾਰਨਿੰਗ ਆ, ਇਹਦੇ ਲਈ ਆਹ ਚੇਤਾਵਨੀ ਆ। ਵਿਸ਼ਵ ਸਿਹਤ ਸੰਗਠਨ ਮੁਤਾਬਕ ਹੁਣ ਤੱਕ 40 ਦੇ ਕਰੀਬ ਦੇਸ਼ਾਂ ਦੇ ਵਿੱਚ ਮੰਕੀ ਪੌਕਸ ਦੇ 1600 ਕੇਸ ਪੁਸ਼ਟੀ ਕੀਤੀ ਗਈ ਹੈ। 1500 ਜਿਹੜੇ ਕੇਸ ਆ ਹੋਰ ਲੱਗਦੇ ਆ ਜਿਨ੍ਹਾਂ ਦੇ ਵਿੱਚ ਹੋ ਸਕਦਾ ਉਹ ਸਾਹਮਣੇ ਆ ਚੁੱਕੇ ਆ। 72 ਲੋਕਾਂ ਦੀ ਹੁਣ ਤੱਕ ਪੂਰੀ ਦੁਨੀਆ ਦੇ ਵਿੱਚ ਮੰਕੀ ਪੌਕਸ ਦੇ ਨਾਲ ਮੌਤ ਹੋ ਚੁੱਕੀ ਹੈ। ਮੰਕੀ ਪੌਕਸ ਮੁੱਖ ਤੌਰ ਦੇ ਉੱਤੇ ਅਫਰੀਕਨ ਦੇਸ਼ਾਂ ਦੇ ਵਿੱਚ ਸਾਹਮਣੇ ਆਇਆ ਸੀ। ਉਸ ਤੋਂ ਬਾਅਦ ਇਹ ਵਾਇਰਸ ਕਈ ਦੇਸ਼ਾਂ ਦੇ ਵਿੱਚ ਡਿਟੈਕਟ ਹੋਇਆ। ਜਿੱਦਾਂ ਫਲੂ ਵਰਗੇ ਲੱਛਣ ਇਹਦੇ ਨਾਲ ਹੁੰਦੇ ਆ, ਚਮੜੀ ਤੇ ਧੱਫੜ ਜਿਹੇ ਹੋ ਜਾਂਦੇ ਆ। ਇਹ ਬੰਦਾ ਜਦੋਂ ਦੂਜੇ ਵਿਅਕਤੀ ਦੇ ਨੇੜੇ ਜਾਂਦਾ ਹੈ ਤਾਂ ਉਹਦੇ ਨਾਲ ਇਹ ਜਿਹੜਾ ਫੈਲਦਾ ਆ। 3 ਤੋਂ 6% ਮਾਮਲਿਆਂ ਦੇ ਵਿੱਚ ਦੱਸਦੇ ਆ ਕਿ ਵਾਇਰਸ ਖਤਰਨਾਕ ਹੋ ਸਕਦਾ ਹੈ, ਪਰ ਅਫਰੀਕਾ ਤੋਂ ਬਾਹਰ ਕਿਸੇ ਮੌਤ ਦੀ ਅਜੇ ਤੱਕ ਪੁਸ਼ਟੀ ਨਹੀਂ ਹੋਈ।
ਜਿਹੜੀਆਂ ਜ਼ਿਆਦਾਤਰ ਮੌਤਾਂ ਆ ਉਹ ਉੱਥੇ ਜਿਹੜੀ ਅਫਰੀਕੀ ਦੇਸ਼ ਡੈਮੋਕ੍ਰੈਟਿਕ ਰਿਪਬਲਿਕ ਆਫ ਕੋਂਗੋ ਦੇ ਵਿੱਚ ਹੋਈਆਂ। WHO ਦੇ ਡਾਕਟਰ ਟੈਡਰਸ ਉਹਨਾਂ ਨੇ ਗੈਬਰੀਏਸਸ ਨੇ ਇਹ ਗੱਲ ਕਹੀ ਆ ਕਿ ਇਹ ਥੋੜ੍ਹਾ ਜਿਹਾ ਐਬਨੋਰਮਲ ਬਿਹੇਵ ਕਰ ਰਿਹਾ ਹੈ ਵਾਇਰਸ, ਤੇ ਇਸ ਵੇਲੇ ਸਾਡੇ ਵਿਚਾਰਨ ਦਾ ਸਮਾਂ ਆ। ਕੈਨੇਡਾ ਦੇ ਵਿੱਚ ਵੀ ਹੁਣ ਤੋਂ 100 ਤੋਂ ਵੱਧ ਮਾਮਲੇ ਹੁਣ ਤੱਕ ਆ ਚੁੱਕੇ ਆ, ਤੇ ਹੁਣ ਜਦੋਂ WHO ਆਪਣੀ ਇੱਕ ਮੀਟਿੰਗ ਕਰੂਗਾ ਤਾਂ ਮੀਟਿੰਗ ਤੋਂ ਬਾਅਦ ਇਹ ਦੱਸੂਗਾ ਵੀ ਇਹਨੂੰ ਐਮਰਜੈਂਸੀ ਡਿਕਲੇਅਰ ਕਰਨਾ ਹੈ ਜਾਂ ਇਸ ਮਾਮਲੇ ਦੇ ਵਿੱਚ ਕਿੰਨੀ ਕੁ ਖਿਆਲ ਰੱਖਣ ਦੀ ਲੋੜ ਆ। ਇਹ ਕੱਲ੍ਹ ਦੀ ਅਨਾਊਂਸਮੈਂਟ ਬਹੁਤ ਜ਼ਿਆਦਾ ਸਾਡੇ ਲਈ ਮਹੱਤਵਪੂਰਨ ਹੋਏਗੀ। ਕੈਂਸਰ ਦੀ ਬਿਮਾਰੀ ਨੇ ਕਈ ਦਹਾਕਿਆਂ ਤੱਕ ਮਨੁੱਖ ਨੂੰ ਸੰਕਟ ਦੇ ਵਿੱਚ ਪਾਈ ਰੱਖਿਆ ਤੇ ਅਜੇ ਵੀ ਹਾਲਤ ਲਗਭਗ ਉੱਦਾਂ ਦੀ ਆ, ਪਰ ਹੁਣ ਦੱਸਿਆ ਜਾ ਰਿਹਾ ਕਿ ਕੈਂਸਰ ਦੇ ਮਾਮਲੇ ਦੇ ਵਿੱਚ ਖੋਜਾਂ ਬਹੁਤ ਤੇਜ਼ੀ ਨਾਲ ਵੱਧ ਰਹੀਆਂ ਤੇ ਵਿਗਿਆਨੀ ਬਹੁਤ ਨੇੜੇ ਪਹੁੰਚ ਚੁੱਕੇ ਆ ਇਸ ਗੱਲ ਦੇ ਕਿ ਇਹਦੀ ਕੈਂਸਰ ਦੀ ਵੈਕਸੀਨ ਤਿਆਰ ਕਰ ਲਈ ਜਾਵੇ। ਸਿੱਧਾ ਸੰਬੰਧ ਇਹਦਾ ਮਨੁੱਖ ਦੇ ਇਮਿਊਨ ਸਿਸਟਮ ਦੇ ਨਾਲ ਦੱਸਿਆ ਜਾ ਰਿਹਾ, ਤੇ ਜਿਹੜਾ ਇਹਦਾ ਡਿਫੈਂਸ ਸਿਸਟਮ ਆ ਉਹਦੇ ਵਿੱਚ ਕੀ ਤਬਦੀਲੀਆਂ ਉਹਦੀਆਂ ਕੀ ਉਹਦੇ ਨਾਲ ਕੀਤਾ ਜਾਂਦਾ। ਸਾਇੰਟਿਸਟ ਇਸ ਵੈਕਸੀਨ ਦੀ ਸਟੱਡੀ ਕਰ ਰਿਹਾ, ਬਹੁਤ ਨੇੜੇ ਪਹੁੰਚ ਚੁੱਕੇ ਆ ਕਿ ਜਲਦੀ ਅਸੀਂ ਇਹ ਵੈਕਸੀਨ ਜਿਹੜੀ ਉਹ ਬਣਾ ਲਵਾਂਗੇ। ਹਾਲਾਂਕਿ ਇਹਦੀ ਅਪਰੂਵਲ ਮਿਲਣ ਨੂੰ ਬਹੁਤ ਜ਼ਿਆਦਾ ਸਮਾਂ ਲੱਗਣਾ ਆ, ਪਰ ਭਵਿੱਖ ਦੇ ਵਿੱਚ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਬਚਣ ਦੇ ਲਈ ਇਹ ਇੱਕ ਬਹੁਤ ਵੱਡੀ ਖਬਰ ਮੰਨੀ ਜਾ ਰਹੀ ਹੈ। ਥੋੜ੍ਹੇ ਦਿਨ ਪਹਿਲਾਂ ਤੁਹਾਡੇ ਨਾਲ ਕੈਂਸਰ ਨਾਲ ਸੰਬੰਧਿਤ ਇੱਕ ਹੋਰ ਚੰਗੀ ਖਬਰ ਸਾਂਝੀ ਕੀਤੀ ਸੀ ਕਿ 14 ਵਿਅਕਤੀ ਜਿਨ੍ਹਾਂ ਨੂੰ ਰੈਕਟਮ ਦਾ ਕੈਂਸਰ ਸੀਗਾ ਉਹਨਾਂ ਦੇ ਉੱਤੇ ਇੱਕ ਤਜਰਬਾ ਕੀਤਾ ਗਿਆ ਸੀ ਤੇ ਇੱਕ ਦਵਾਈ ਉਹਨਾਂ ਦੇ ਲਈ ਤਿਆਰ ਕੀਤੀ ਗਈ ਸੀ, ਜਿਹੜੀ ਦਵਾਈ ਤੋਂ ਬਾਅਦ ਉਹਨਾਂ ਦੇ ਟਰਾਇਲ ਤੋਂ ਬਾਅਦ ਉਹਨਾਂ 14 ਦੇ 14 ਦਾ ਕੈਂਸਰ ਠੀਕ ਹੋ ਗਿਆ ਸੀ ਤੇ ਉਹਦੇ ਤੋਂ ਬਾਅਦ ਉਹਨਾਂ ਨੂੰ ਕਿਸੇ ਵੀ ਰੇਡੀਏਸ਼ਨ ਜਾਂ ਕੀਮੋਥੈਰੇਪੀ ਦੀ ਲੋੜ ਨਹੀਂ ਪਈ ਸੀ। ਹਾਲਾਂਕਿ ਉਹਦੇ ਵਿੱਚ ਅੱਗੇ ਰਿਸਰਚਸ ਜਾਣੀਆਂ ਕਿ 14 ਦਾ ਸੈਂਪਲ ਬਹੁਤ ਛੋਟਾ ਸੀ ਕਿ ਸਾਰੀ ਦੁਨੀਆ ਦੇ ਉੱਤੇ ਉਹ ਦਵਾਈ ਕਾਮਯਾਬ ਹੁੰਦੀ ਆ, ਇਹ ਇੱਕ ਵੱਖਰੀ ਗੱਲ ਆ। ਉਹਦੇ ਨਾਲ ਹੀ ਦੂਜੀ ਖਬਰ ਜਿਹੜੀ ਅੱਜ ਬਹੁਤ ਮਹੱਤਵਪੂਰਨ ਸਾਡੇ ਸਾਹਮਣੇ ਆ ਰਹੀ ਆ ਉਹ ਕੈਂਸਰ ਵੈਕਸੀਨ ਦੀ ਆ। ਇਸ ਵੇਲੇ ਕੈਂਸਰ ਵੈਕਸੀਨ ਦੇ ਵਿੱਚ oncologist ਬਹੁਤ ਲੰਬੇ ਸਮੇਂ ਤੋਂ ਜਿਹੜੇ ਸਰਜਨ ਨੇ ਸਾਇੰਟਿਸਟ ਨੇ ਉਹ ਕੰਮ ਕਰ ਰਹੇ ਨੇ ਤੇ ਹੁਣ ਉਹ ਕਹਿੰਦੇ ਕਿ ਅਸੀਂ ਬਹੁਤ ਜ਼ਿਆਦਾ ਪ੍ਰੋਗਰੈਸ ਕਰ ਲਈ ਹੈ। ਹਾਲਾਂਕਿ ਉਹਦੇ ਵਿੱਚ ਕੀ ਪ੍ਰੋਗਰੈਸ ਹੋਈ ਆ ਉਹ ਟੈਕਨੀਕਲ ਚੀਜ਼ਾਂ ਉਹ ਡਾਕਟਰ ਉਹ ਸਾਇੰਟਿਸਟ ਜ਼ਿਆਦਾ ਜਾਣਦੇ ਆ, ਤੇ ਅਸਲ ਦੇ ਵਿੱਚ ਜਿਹੜੀ ਮੋਟੀ ਜੀ ਗੱਲ ਸਮਝ ਲੱਗਦੀ ਉਹ ਇਹ ਦੱਸ ਰਿਹਾ ਕਿ ਹਰ ਵਿਅਕਤੀ ਦਾ ਜਿਹੜਾ ਇਮਿਊਨ ਸਿਸਟਮ ਆ ਉਹ ਜਿਹੜਾ ਉਹਦਾ ਬਚਾਅ ਪ੍ਰਬੰਧ ਆ ਸਾਡੀ ਬੋਡੀ ਦੇ ਵਿੱਚ ਇੱਕ ਕੈਂਸਰ ਦੇ ਪ੍ਰਤੀ, ਉਹ ਕੈਂਸਰ ਨੂੰ ਪਛਾਣਦਾ ਕਿੱਦਾਂ ਆ, ਰੈਕੋਗਨਾਈਜ਼ ਕਿੱਦਾਂ ਕਰਦਾ ਵੀ ਇਹ ਕੈਂਸਰ ਆ। ਜੇ ਉਹਨੂੰ ਉਹ ਪਛਾਣ ਲਵੇ ਤਾਂ ਫਿਰ ਹੀ ਉਹਦੇ ਉੱਤੇ ਕੰਮ ਕਰਕੇ ਉਹ ਕੈਂਸਰ ਦੇ ਸੈੱਲਜ਼ ਨੂੰ ਮਾਰ ਸਕਦਾ ਹੈ। ਇਸ ਮਾਮਲੇ ਦੇ ਵਿੱਚ ਵਿਗਿਆਨੀ ਦੱਸਦੇ ਆ ਕਿ ਕਾਫੀ ਪ੍ਰੋਗਰੈਸ ਜਾਂ ਕਾਫੀ ਕੁਝ ਗੱਲਾਂ ਉਹਨਾਂ ਦੇ ਹੱਥ ਦੇ ਵਿੱਚ ਆਈਆਂ ਆ ਜਿਹੜੀਆਂ ਇਹਦੇ ਤੋਂ ਅੱਗੇ ਕੈਂਸਰ ਵੈਕਸੀਨ ਬਣਾਉਣ ਦੇ ਲਈ ਇੱਕ ਆਧਾਰ ਹੋ ਸਕਦੀਆਂ ਜੇ ਇਹ ਗੱਲ ਸਮਝ ਆ ਜਾਵੇ ਕਿ ਮਨੁੱਖ ਦਾ ਬਚਾਅ ਪ੍ਰਬੰਧ ਕੈਂਸਰ ਨੂੰ ਡਿਟੈਕਟ ਕਿੱਦਾਂ ਕਰਦਾ, ਉਹਨੂੰ ਰੈਕੋਗਨਾਈਜ਼ ਕਿੱਦਾਂ ਕਰਦਾ ਆ। ਤੇ ਇਹ ਕਿਹਾ ਜਾ ਰਿਹਾ ਕਿ ਇਮਿਊਨ ਸਿਸਟਮ ਦਾ ਬਹੁਤ ਕ੍ਰਿਟੀਕਲ ਰੋਲ ਆ ਕੈਂਸਰ ਨੂੰ ਕੰਟਰੋਲ ਕਰਨ ਦੇ ਵਿੱਚ। ਬਹੁਤ ਸਾਰੇ ਜਿਹੜੇ ਐਕਸਪਰਟ ਆ ਉਹ ਇਸ ਗੱਲ ਦੇ ਵਿੱਚ ਯਕੀਨ ਰੱਖਦੇ ਆ ਕਿ ਲਗਾਤਾਰ ਉਹ ਇਸ ਜਿਹੜਾ ਇਮਿਊਨ ਸਿਸਟਮ ਆ ਉਹ ਇਹਦੇ ਉੱਤੇ ਕੰਮ ਕਰ ਰਿਹਾ ਕਿ ਇਹ ਡਿਟੈਕਟੇਬਲ ਬਣ ਜਾਵੇ, ਜਿਹਨੂੰ ਇਮਿਊਨੋ ਸਰਵੇਲੈਂਸ ਦਾ ਇੱਕ ਨਾਂ ਦਿੱਤਾ ਗਿਆ ਆ ਕਿ ਉਹ ਪਛਾਣ ਲਵੇ ਵੀ ਇਹ ਕੈਂਸਰ ਦੇ ਸੈੱਲ ਹੈਗੇ ਆ, ਤੇ ਉਹਦੇ ਤੋਂ ਬਾਅਦ ਉਹਨੂੰ ਕਿਸ ਤਰੀਕੇ ਦੇ ਨਾਲ ਉਹ ਰਿਜੈਕਟ ਕਰਦੇ ਆ ਤੇ ਕੀ ਉਹਦੀ ਅਗਲੀ ਕਾਰਵਾਈ ਆ। ਮੁੱਕਦੀ ਗੱਲ ਇਸ ਮਾਮਲੇ ਦੇ ਵਿੱਚ ਵਿਗਿਆਨੀ ਅੱਜ ਇਹ ਕਹਿ ਰਹੇ ਆ ਕਿ ਅਸੀਂ ਕੈਂਸਰ ਦੀ ਵੈਕਸੀਨ ਬਣਾਉਣ ਦੇ ਬਹੁਤ ਨੇੜੇ ਪਹੁੰਚ ਚੁੱਕੇ ਹਾਂ ਤੇ ਜਲਦੀ ਇਹਦੀ ਵੈਕਸੀਨ ਸਾਹਮਣੇ ਆ ਜਾਊਗੀ। ਹਾਲਾਂਕਿ ਅਪਰੂਵਲ ਮਿਲਣ ਨੂੰ ਤੇ ਲੋਕਾਂ ਤੱਕ ਇਹ ਜਾਣ ਨੂੰ ਬਹੁਤ ਲੰਬਾ ਸਮਾਂ ਲੱਗੂਗਾ, ਪਰ ਇਹ ਗੱਲ ਵੀ ਬਹੁਤ ਸੁਖਦਾਈ ਆ ਕਿ ਘੱਟੋ ਘੱਟ ਇਸ ਨਾਮੁਰਾਦ ਬਿਮਾਰੀ ਦੀ ਵੈਕਸੀਨ ਬਣ ਜਾਊਗੀ ਤੇ ਦੁਨੀਆ ਦੇ ਵਿੱਚ ਲੱਖਾਂ ਹੀ ਲੋਕ ਜਿਹੜੇ ਇਸ ਬਿਮਾਰੀ ਦੇ ਨਾਲ ਲੜ ਰਹੇ ਆ, ਜਦੋਂ ਇਹਦੀ ਵੈਕਸੀਨ ਬਣ ਗਈ ਤਾਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਬਿਮਾਰੀ ਨਹੀਂ ਲੱਗੇਗੀ। ਦੋਸਤੋ, ਅੱਜ ਅਸੀਂ ਗੱਲਬਾਤ ਕਰਨ ਦੇ ਲਈ ਖਾਸ ਗੱਲਬਾਤ ਘਰਾਂ ਦੀ ਮਾਰਕੀਟ ਦੇ ਉੱਤੇ ਕਰਨ ਦੇ ਲਈ ਰਾਇਲੀ ਪੇਜ ਦੇ ਮੈਨੇਜਿੰਗ ਬ੍ਰੋਕਰ ਰਾਜ ਗਿੱਲ ਜੀ ਦੇ ਕੋਲ ਆਏ ਹਾਂ। ਮਾਮਲਾ ਬੜਾ ਸਿੱਧਾ ਆ, ਸਮਝ ਨਹੀਂ ਆ ਰਿਹਾ ਲੋਕਾਂ ਨੂੰ ਇਸ ਵੇਲੇ ਕਿ ਸਥਿਤੀ ਮਾਰਕੀਟ ਦੇ ਵਿੱਚ ਕੀ ਆ। ਕੁਛ ਲੋਕ ਕਹਿੰਦੇ ਆ ਕਿ ਘਰ ਸਸਤੇ ਹੋ ਗਏ ਆ ਤੇ ਇਹ ਹੋਰ ਸਸਤੇ ਹੋ ਜਾਣੇ ਆ। ਕੁਛ ਕਹਿੰਦੇ ਆ ਕਿ ਸੇਲ ਘਟੀ ਆ, ਘਰ ਸਸਤੇ ਨਹੀਂ ਹੋਏ। ਇੱਕ ਨਿਊਜ਼ ਏਜੰਸੀ ਦੀ ਰਿਪੋਰਟ ਪਿਛਲੇ ਦਿਨ ਹੀ ਕਹਿ ਰਹੀ ਸੀ ਕਿ 4 ਦੇ ਵਿੱਚੋਂ ਇੱਕ ਹੋਮ ਓਨਰ ਕਹਿ ਰਿਹਾ ਜੇ ਵਿਆਜ ਦਰਾਂ ਹੋਰ ਵੱਧ ਗਈਆਂ ਸਾਨੂੰ ਘਰ ਵੇਚਣਾ ਪਊਗਾ। ਆਪਣੇ ਆਪ ਦੇ ਵਿੱਚ ਬਹੁਤ ਵੱਡੀ ਖਬਰ ਆ। ਮਾਰਕੀਟ ਦੇ ਵਿੱਚ ਇਸ ਵੇਲੇ ਹੋ ਕੀ ਰਿਹਾ, ਸਥਿਤੀ ਕੀ ਆ, ਰਾਜ ਗਿੱਲ ਜੀ ਤੋਂ ਜਾਣਦੇ ਹਾਂ। ਰਾਜ ਜੀ, ਸਾਨੂੰ ਦੱਸਿਓ ਇਸ ਵੇਲੇ ਘਰ ਸਸਤੇ ਹੋ ਗਏ ਜੇ ਮੈਂ ਸਿੱਧਾ ਪੁੱਛਾਂ ਜੀ? ਹਾਂਜੀ ਬਿਲਕੁਲ, ਜੇ ਤੁਸੀਂ ਪਿੱਛੇ ਦੇਖੋ 21 ਤੇ 22 ਦੇ ਵਿੱਚ ਤੁਸੀਂ ਪਿੱਛੇ ਮੁੜ ਕੇ ਦੇਖਦੇ ਹੋ ਘਰ ਇਸ ਹੱਦ ਤੱਕ ਉੱਪਰ ਗਏ ਸੀਗੇ
ਜਿਹੜੀ ਐਜ਼ ਅ ਰੀਅਲਟਰ ਮੈਨੂੰ ਲੱਗਦਾ ਸੀ ਸਾਨੂੰ ਵੀ ਸੈਂਸ ਨਹੀਂ ਬਣਦੀ ਸੀਗੀ। ਡੈਫੀਨਿਟਲੀ ਥੋੜ੍ਹੀਆਂ ਜਿਹੀਆਂ ਪ੍ਰਾਈਸ ਐਡਜਸਟ ਹੋਈਆਂ ਨੇ। ਸੇਲ ਦੇ ਵਿੱਚ ਵੀ ਕੋਈ ਫਰਕ ਪਿਆ? ਹਾਂਜੀ ਬਿਲਕੁਲ, ਸੇਲ ਦੇ ਵਿੱਚ ਫ਼ਰਕ ਪਿਆ ਆ, ਕਿਉਂਕਿ ਹੁਣ ਜਿਹੋ ਜਿਹੀਆਂ ਨਿਊਜ਼ ਨੇ ਅਰਾਊਂਡ ਪਿਛਲੇ ਮਹੀਨੇ ਨਾਲੋਂ ਇਸ ਮਹੀਨੇ ਜਿਹੜਾ ਨਵਾਂ ਸਾਡੇ ਸਟਾਰਟਸ ਆਏ ਨੇ ਬੇਸਡ ਔਨ ਦੈਟ 35% ਜਿਹੜਾ ਆ ਇਸ ਵੇਲੇ ਜਿਹੜੀਆਂ ਸੇਲਸ ਆ ਘੱਟ ਹੋਈਆਂ ਨੇ। ਜੇ ਮੈਂ ਕੀਮਤਾਂ ਦੇ ਮਾਮਲੇ 'ਚ ਪੁੱਛਣਾ ਹੋਵੇ ਵੀ ਕਿੰਨੇ ਕੁ ਘਰ ਸਸਤੇ ਹੋਏ ਆ, ਕੋਈ ਸਟੈਟ ਹੈਗੀ? ਇਹ ਤਾਂ ਕੋਈ ਹਾਲੇ ਖਾਸ ਸਟੈਟ ਨਹੀਂ ਹੈਗਾ, ਪਰ 7% ਤੱਕ ਅਸੀਂ ਜਿਹੜਾ ਆ ਆਪਣਾ ਰੋਜ਼ ਜਦੋਂ ਐਨਾਲਿਸਿਸ ਕਰਦੇ ਹਾਂ 7-8% ਅਸੀਂ ਦੇਖਦੇ ਹਾਂ ਕਿ ਇੱਥੇ ਤੱਕ ਡ੍ਰੌਪ ਹੋਈਆਂ ਨੇ ਪ੍ਰਾਈਸ। ਇਹ ਓਵਰਆਲ ਕੈਨੇਡਾ 'ਚ ਆ ਜਾਂ ਲੋਅਰ ਮੇਨਲੈਂਡ ਦੇ ਵਿੱਚ ਕੋਈ ਖਾਸ ਇਹਦਾ ਵੱਖਰਾ ਬਿਹੇਵੀਅਰ? ਐਕਚੁਅਲੀ ਵੀ ਜੀ ਦੋ ਸਾਈਡ ਨੇ ਇਸ ਪਿਕਚਰ ਦੇ। ਅਫੈਕਟ ਜਿਹੜਾ ਆ ਇਹ ਜੇ ਮੈਂ ਕਹਾਂ ਆਲ ਅਕ੍ਰੋਸ ਕੈਨੇਡਾ ਨਹੀਂ, ਇਟਸ ਆਲ ਅਕ੍ਰੋਸ ਵਰਲਡ। ਪੈਂਡੈਮਿਕ ਦਾ ਅਫੈਕਟ ਆ, ਬਾਕੀ ਵਾਰ ਦਾ ਇਫੈਕਟ ਆ, ਹੋਰ ਚੀਜ਼ਾਂ ਜਿਹੜੀਆਂ ਆ ਮਾਰਕੀਟ ਨੂੰ ਕੰਟਰੋਲ ਕਰ ਰਹੀਆਂ ਨੇ। ਇਟਸ ਨਾਟ ਜਸਟ ਵੀ ਆਪਾਂ ਕੈਨੇਡਾ ਦੇ ਵਿੱਚ ਫੇਸ ਕਰ ਰਹੇ ਹਾਂ। ਕੈਨੇਡਾ ਦੇ ਵਿੱਚ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਹੁਣੇ ਤੁਸੀਂ ਨਿਊਜ਼ ਚੈਨਲ 'ਤੇ ਸੁਣਿਆ ਕਿਸੇ ਕਿ ਉਹ ਕਰੇ ਚਾਰ ਘਰਾਂ ਦੇ ਵਿੱਚ ਇੱਕ ਹੋਮਓਨਰ ਉਹਦੀ ਆਪਣੇ ਬਾਰੇ ਫੀਅਰ ਆ ਜਾਂ ਪ੍ਰੋਜੈਕਸ਼ਨ ਹੈ ਕਿ ਸ਼ਾਇਦ ਸਾਨੂੰ ਘਰ ਵੇਚਣਾ ਪਵੇ। ਇਟ ਡਿਪੈਂਡਸ ਅਸੀਂ ਕਿੱਥੇ ਰਹਿੰਦੇ ਹਾਂ, ਸਾਡੇ ਜੌਬ ਰਿਸੋਰਸਿਸ ਕੀ ਨੇ। ਜੇ ਆਪਾਂ GDP ਗਰੋਥ ਦੀ ਗੱਲ ਕਰਦੇ ਹਾਂ, ਗਰੋਥ ਕਿੱਥੇ ਆ, ਕਿਹੜੇ, ਮੈਨੂੰ ਇੱਦਾਂ ਲੱਗਦਾ ਹੈ ਕਿ ਜਿਵੇਂ ਜਦੋਂ ਵੀ ਅਸੀਂ ਮਾਰਕੀਟ ਨੂੰ ਦੇਖਦੇ ਹਾਂ ਅਸੀਂ ਇਹ ਦੇਖਦੇ ਹਾਂ ਕਿ ਛੋਟੇ ਸ਼ਹਿਰ ਦੇ ਵਿੱਚ ਜ਼ਿਆਦਾ ਅਫੈਕਟ ਕਰਦਾ ਹੈ ਇਹਨਾਂ ਚੀਜ਼ਾਂ ਦਾ। ਜੇ ਮੈਂ ਕਲੋਨੀ ਦੀ ਗੱਲ ਕਰਾਂ, ਪੰਟਿਕਟਨ ਦੀ ਗੱਲ ਕਰਾਂ, ਜਾਂ ਮੈਂ ਹੋਪ ਦੀ ਗੱਲ ਕਰਾਂ, ਜਾਂ ਚਿਲਾਵੈਕ ਦੀ ਗੱਲ ਕਰਾਂ, ਉਹਦਾ ਇਫੈਕਟ ਸਾਡੇ ਨਾਲੋਂ ਮਾੜਾ ਅਤੇ ਲੰਬਾ ਹੋਣਾ ਆ। ਸਾਡਾ ਰਿਕਵਰੀ ਪੀਰੀਅਡ ਜਿਹੜਾ ਉਹਨਾਂ ਨਾਲੋਂ ਬੈਟਰ ਆ। ਸੋ ਇਸ ਕਰਕੇ ਅਸੀਂ ਡਿੱਗਦੇ ਵੀ ਹੈਗੇ ਆ, ਪਰ ਸਾਡੇ 'ਚ ਉੱਠਣ ਦੀ ਕੈਪੈਸਿਟੀ ਉਹਨਾਂ ਨਾਲੋਂ ਬੈਟਰ ਆ। ਇੱਦਾਂ ਸਮਝਿਆ ਜਾਵੇ ਕਿ ਕਲੋਨਾ ਵਗੈਰਾ ਦੇ ਵਿੱਚ ਘਰ ਇੱਥੇ ਨਾਲੋਂ ਜ਼ਿਆਦਾ ਸਸਤੇ ਹੋਏ? ਹਾਂਜੀ, ਉੱਥੇ ਜਿਹੜਾ ਪ੍ਰਾਈਸ ਆ ਆਪਣਾ ਆਫਿਸ ਦੇ ਕਿਸੇ ਏਜੰਟ ਨੇ ਮਤਲਬ 2 ਡੀਲਾਂ ਕੀਤੀਆਂ ਸਾਈਡ ਬਾਏ ਸਾਈਡ ਪ੍ਰਾਪਰਟੀ ਦੀਆਂ। ਸੋ ਮੈਂ ਜਸਟ ਇੱਕ ਐਗਜ਼ਾਮਪਲ ਸ਼ੇਅਰ ਕਰਦੀ ਹਾਂ ਤੁਹਾਡੇ ਨਾਲ ਵਿਦਆਊਟ ਡਿਸਕਲੋਜ਼ਿੰਗ ਦਾ ਨੇਮ ਐਂਡ ਪ੍ਰਾਪਰਟੀ ਐਡਰੈਸ। ਨਾਲ ਵਾਲੀ ਪ੍ਰਾਪਰਟੀ ਸੇਮ ਲੋਟਸ 7200 ਸਕੁਅਰ ਫੀਟ ਦੀ ਉਹਨਾਂ ਨੇ 4 ਮਹੀਨੇ ਪਹਿਲਾਂ ਆਫਰ ਲਿਖੀ ਸੀਗੀ, ਉਹਦੇ 'ਤੇ ਮਿਲੀਅਨ ਸਮਥਿੰਗ ਦੀ ਉਹਨਾਂ ਦੀ ਆਫਰ ਐਕਸੈਪਟ ਹੋਈ ਸੀਗੀ। ਉੱਥੇ ਹੀ ਉਹਨਾਂ ਦੀ ਜਿਹੜੀ ਸੈਕਿੰਡ ਆਫਰ ਆ 899 ਦੀ ਐਕਸੈਪਟ ਹੋਈ ਆ। ਸੋ ਇਹ ਜਿਹੜਾ ਆ ਇਹ ਇਫੈਕਟ ਆ। ਇੱਥੇ ਜਿਹੜਾ ਸਰੀ ਲੈਂਗਲੀ ਦੇ ਵਿੱਚ ਜੇਕਰ ਮੰਨਿਆ ਜਾਵੇ ਕਿ 1.5 ਮਿਲੀਅਨ ਦਾ ਕੋਈ ਘਰ ਸੀਗਾ, ਹੁਣ ਕਿੰਨੇ ਕੁ ਦਾ ਰਹਿ ਗਿਆ ਹੋਊਗਾ? ਦੇਖਦੇ ਪਏ ਆ 13.5 ਦੀ ਰੇਂਜ ਦੇ ਵਿੱਚ ਉਹੋ ਜਿਹੀਆਂ ਪ੍ਰਾਪਰਟੀਜ਼ ਲੈਂਗਲੀ ਦੇ ਵਿੱਚ। ਹੁਣ ਜਿਵੇਂ ਨਹੀਂ ਤਾਂ ਸੁਪਨਾ ਹੀ ਹੋ ਗਿਆ ਸੀਗਾ, ਕੁਛ ਦੇਖਣ ਨੂੰ ਨਹੀਂ ਲੱਭਦਾ ਸੀਗਾ ਕਿ 1.2 ਤੱਕ ਤੁਹਾਨੂੰ ਘਰ ਨਹੀਂ ਦਿਖਾਈ ਦਿੰਦਾ ਸੀ, 1.3 ਤੱਕ ਘਰ ਨਹੀਂ ਦਿਖਾਈ ਦਿੰਦਾ ਸੀਗਾ ਅੱਛੀ ਲੋਟ ਵਾਲਾ, ਜਿਹੜਾ ਹੁਣ ਸਾਨੂੰ ਲੱਗਦਾ ਹੈ ਕਿ ਪੋਸੀਬਲ ਹੈਗਾ ਆ ਬਾਇਰਸ ਦੇ ਲਈ ਉਹੋ ਜਿਹਾ ਕੁਛ ਲੱਭਣਾ। ਕੀ ਇਹ ਰਾਈਟ ਟਾਈਮ ਆ ਜੇ ਕਿਸੇ ਨੇ ਘਰ ਲੈਣਾ? ਗੁੱਡ ਕੁਐਸਚਨ। ਆਈ ਥਿੰਕ ਰੀਅਲ ਏਸਟੇਟ ਲਈ ਕਦੇ ਰੋਂਗ ਮਾਰਕੀਟ ਨਹੀਂ ਹੁੰਦੀ, ਚਾਹੇ ਤੁਸੀਂ ਵੇਚਣਾ, ਕਿਉਂਕਿ ਤੁਹਾਡੀਆਂ ਸਰਕਮਸਟੈਂਸਿਸ ਦੇ ਨਾਲ ਅਟੈਚ ਹੁੰਦਾ। ਜੇ ਤੁਸੀਂ ਸਸਤਾ ਵੇਚਦੇ ਹੋ ਤੁਸੀਂ ਸਸਤਾ ਲੈਂਦੇ ਹੋ। ਪਰ ਡੈਫੀਨਿਟਲੀ ਜਿਹੜੇ ਲਿਸਨਰਸ ਜਿਹੜੇ ਵਿਊਅਰਸ ਇਸ ਵੇਲੇ ਦੇਖ ਰਹੇ ਨੇ ਜਿਨ੍ਹਾਂ ਨੇ ਅਪਗ੍ਰੇਡ ਕਰਨਾ ਆ, ਆਈ ਥਿੰਕ ਦਿਸ ਇਜ਼ ਅ ਗੁੱਡ ਮਾਰਕੀਟ ਟੂ ਬਾਏ। ਅਤੇ ਜਿਹੜੇ ਫਸਟ ਟਾਈਮ ਹੋਮ ਬਾਇਰ ਆ ਉਹਨਾਂ ਲਈ ਇਹ ਇੰਨੇ ਕੁ ਸਸਤੇ ਹੋਣਗੇ ਕਿ ਅਫੋਰਡ ਹੋ ਜਾਣਗੇ? ਇਹੋ ਜਿਹਾ ਕੁਛ ਮੇਰੇ ਖਿਆਲ 'ਚ ਸੁਪਨਾ ਹੀ ਆ, ਇਹੋ ਜਿਹਾ ਕੁਛ ਲੱਗਦਾ ਨਹੀਂ ਗਾ, ਕਿਉਂਕਿ ਜੇ ਤੁਸੀਂ ਇਹ ਫੈਕਟਰ ਦੇਖੋ ਕਿ ਕਿੰਨੇ ਕੁ ਹੋਰ ਇਮੀਗ੍ਰੈਂਟਸ ਆ ਰਹੇ ਨੇ, ਉਹਨਾਂ ਨੇ ਇੱਥੇ ਹੀ ਰਹਿਣਾ ਨੇ, ਅਤੇ ਘਰਾਂ ਦੀ ਜਿਹੜੀ ਹੈਗੀ ਗਿਣਤੀ ਸਾਡੇ ਕੋਲ ਉਨੀ ਆ। ਉਸ ਹਿਸਾਬ ਨਾਲ ਅਸੀਂ ਕੰਸਟਰਕਸ਼ਨ ਨਹੀਂ ਕਰ ਰਹੇ ਕਿ ਅਸੀਂ ਸਾਰਿਆਂ ਨੂੰ ਅਕੋਮੋਡੇਟ ਕਰ ਸਕੀਏ, ਘਰ ਦੇ ਸਕੀਏ। ਸੋ ਜੇ ਸਾਡੇ ਕੋਲ ਘਰ ਉਨੇ ਹੀ ਨੇ ਅਤੇ ਬੰਦੇ ਵੱਧ ਰਹੇ ਨੇ, ਤੁਸੀਂ ਖੁਦ ਇਮੈਜਿਨ ਕਰ ਸਕਦੇ ਹੋ ਕਿ ਕਿਸ ਡਾਇਰੈਕਸ਼ਨ ਦੇ ਵਿੱਚ ਅਸੀਂ ਜਾ ਰਹੇ ਹਾਂ। ਹਾਂ, ਇਹ ਇਫੈਕਟ ਹੈਗਾ ਆ, ਇਹ ਇਫੈਕਟ ਇਟ ਕੈਨ ਸਟੇ ਅਪ ਟੂ ਅ ਈਅਰ। ਪਰ ਜੇ ਲੋਕਾਂ ਨੂੰ ਇਹ ਲੱਗਦਾ ਕਿ ਇਹੋ ਜਿਹਾ ਇਫੈਕਟ ਸਦਾ ਹੀ ਰਹਿਣਾ, ਇਹੋ ਜਿਹਾ ਇਫੈਕਟ ਸਦਾ ਨਹੀਂ ਰਹਿਣਾ ਹੈਗਾ। ਵੀ ਹਾਂ, ਜਿਨ੍ਹਾਂ ਨੇ ਘਰ ਲੈਣਾ ਹੈ, ਜੇ ਵਿਆਜ ਦੀ ਤੁਹਾਡੀ ਦਰ ਵੱਧ ਜਾਂਦੀ ਆ ਅਤੇ ਅੱਜ ਵਿਆਜ ਸਸਤਾ ਆ, ਇੰਨੇ ਜੇ 10 ਸਾਲ 15 ਸਾਲ ਦੇ ਲਈ ਜਿੰਨਾ ਵਿਆਜ ਥੱਲੇ ਗਿਆ ਹੋਇਆ ਆ, ਡੈਫੀਨਿਟਲੀ ਇਟਸ ਵਰਥ ਵਾਈਲ। ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਪ੍ਰੋਜੈਕਟ ਕੀਤਾ ਜਾ ਸਕਦਾ? ਐਬਸੋਲਿਊਟਲੀ ਇਟਸ ਅ ਨੈਵਰ ਐਂਡਿੰਗ ਸਟੋਰੀ ਆ। ਜੇ ਤੁਸੀਂ ਡਿਪੈਂਡ ਆ ਤੁਸੀਂ ਕੀ ਕਰਨਾ ਚਾਹੁੰਦੇ ਹੋ ਅਤੇ ਤੁਸੀਂ ਕੀ ਐਕਸਪੈਕਟ ਕਰਦੇ ਹੋ ਆਪਣੇ ਪ੍ਰੋਜੈਕਟ ਤੋਂ। ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ। ਦੋਸਤੋ, ਅਸੀਂ ਰਾਜ ਗਿੱਲ ਜੀ ਦੇ ਨਾਲ ਗੱਲਬਾਤ ਕੀਤੀ ਔਰ ਬਹੁਤ ਹੀ ਇੱਕ ਜਿਹੜੀ ਸਹੀ ਮਾਰਕੀਟ ਦੀ ਤਸਵੀਰ ਉਹਨਾਂ ਨੇ ਤੁਹਾਡੇ ਸਾਹਮਣੇ ਰੱਖੀ ਹੈ ਕਿ ਇਸ ਵੇਲੇ ਸਥਿਤੀ ਹੈ ਕੀ। ਭਵਿੱਖ ਦਾ ਕਿਸੇ ਨੂੰ ਵੀ ਨਹੀਂ ਪਤਾ ਕਿ ਕਿੱਧਰ ਨੂੰ ਮਾਰਕੀਟ ਜਾਣੀ ਹੈ, ਪਰ ਸਾਨੂੰ ਇਹਦੇ 'ਤੇ ਨਿਗਾਹ ਜ਼ਰੂਰ ਰੱਖਣੀ ਚਾਹੀਦੀ ਹੈ। ਕੈਮਰਾਮੈਨ ਅਮਿਤ ਮਨੇਸਰ ਨਾਲ, ਜਿਸ ਕਾਰਨ ਚੈਨਲ ਪੰਜਾਬੀ ਸਰੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।